ਤਰੀਕੇ ਨਾਲ ਇੰਨੀ ਕੁ ਲੈ ਲੈਣੀ ਆ, ਸਫੀਸ਼ੀਐਂਟ ਆ, ਤੁਹਾਡੇ ਦਿਨ ਦੀ ਡਾਈਟ ਹੈ ਸਾਰੀ ਇਹ। ਸੋ ਇਹ ਉਹ ਚੀਜ਼ ਹੈ ਭਾਜੀ ਜਿਹੜੀ ਕਿਸੇ ਨੂੰ ਵੈਦ ਦੱਸਦੇ ਨਹੀਂ, ਜਿਨ੍ਹਾਂ ਦੀ ਆਪਣੀ ਜੇਬ 'ਚ ਹੁੰਦੀ ਹੈ। ਸੋ ਆ ਤਸਵੀਰਾਂ ਨੇ, ਇਹ ਦੋ ਭਰਾ ਨੇ ਜਿਹੜੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਹ ਵੱਡੇ ਭਰਾ ਨੇ ਹਰਦੀਪ ਜੀ ਤੇ ਹਰਜੀਤ ਜੀ ਛੋਟੇ ਭਰਾ ਨੇ। ਤੁਸੀਂ ਖੁਦ ਅੰਦਾਜ਼ਾ ਲਾਓ ਕਿ ਇਹਨਾਂ ਵਿੱਚੋਂ ਕੌਣ ਛੋਟਾ ਤੇ ਕੌਣ ਵੱਡਾ ਲੱਗਦਾ ਹੈ। ਮੁੰਡੇ ਕੁੜੀਆਂ ਕੁਰਾਹੇ ਪੈ ਗਏ, ਉਹਨਾਂ ਨੂੰ ਮੈਂਟਲੀ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ, ਖਾਸ ਕਰਕੇ ਡਾਕਟਰਾਂ ਵੱਲੋਂ, ਖਾਸ ਕਰਕੇ ਸਾਡੇ ਵਰਗੇ ਵੈਦਾਂ ਤੋਂ। ਠੀਕ ਹੈ ਜੀ, ਫਿਜ਼ੀਕਲੀ ਫਿੱਟ ਨਹੀਂ ਹੈਗੇ ਬੰਦੇ, ਸੇਮ ਉੱਤੇ ਕੰਮ ਕਰ ਰਿਹਾ ਇਹ। ਗ੍ਰਸਤੀ ਵਾਲੇ ਪਾਸੇ ਨੂੰ ਵੀ ਕਿਤੇ ਨਾ ਕਿਤੇ ਕੋਈ ਕੰਮ ਕਰੇਗਾ ਜੀ, ਬਿਲਕੁਲ। ਗ੍ਰਸਤੀ ਵਾਲੇ, ਜਿਵੇਂ ਸਪਰਮ ਅਕਾਊਂਟ ਘਟ ਗਏ, ਬੇਬੀ ਨਹੀਂ ਹੋ ਰਿਹਾ, ਉਹ ਸਭ ਤੋਂ ਵੱਡੀ ਗੱਲ ਹੈ। ਜਦੋਂ ਸਟ੍ਰੈਸ ਅੱਛਾ ਹੁਣ ਮੈਨੂੰ ਗੱਲ ਸਮਝ ਆਈ ਕਿ ਜਿਹੜੇ ਤੁਸੀਂ ਨੇਵਲ ਅੰਮ੍ਰਿਤ ਵਾਲੇ ਨਾਲ ਕੁਝ ਦਿੰਦੇ ਸੀਗੇ, ਇਹ ਉਹੀ ਹੈ। ਅੱਛਾ, ਜਿਹੜੀ ਵੀ ਜਦੋਂ ਵੀ ਕਦੇ ਨੇਵਲ ਅੰਮ੍ਰਿਤ ਦਿੱਤੀ ਗਈ ਹੈ ਨਾ, ਜਿਨ੍ਹਾਂ ਦੇ ਬੇਬੀ ਨਹੀਂ ਹੁੰਦਾ ਸੀ, ਉਹਨਾਂ ਨੂੰ ਇਹ ਉਹ ਚੀਜ਼ ਹੈ। ਤੁਹਾਡੀ ਜਵਾਨੀ ਦਾ ਔਰ ਤੁਹਾਡੇ ਜਵਾਨ ਰਹਿਣ ਦਾ ਕੀ ਫਾਰਮੂਲਾ ਹੈ? ਮੈਂ ਕਹਿੰਦਾ ਕਿ ਮੈਂ 50 ਸਾਲ 60 ਸਾਲ ਤੱਕ ਇੱਦਾਂ ਦਾ ਰਹਿਣਾ, ਮੈਨੂੰ ਪਤਾ, ਕਿਉਂਕਿ ਬਾਡੀ ਨੂੰ ਕੀ ਚਾਹੀਦਾ ਹੈ ਉਹ ਪਤਾ ਆ। ਉਹਨਾਂ ਨੇ ਦੱਸੀ ਉਹ ਚੀਜ਼ਾਂ ਆ ਜਿਹੜੇ ਇਨਸਾਨ ਨੂੰ ਬੁੜੇ ਤੋਂ ਨੌਜਵਾਨ ਬਣਾ ਦਿੰਦੀਆਂ। ਜਿਹਦੇ ਕੋਲ ਟਾਈਮ ਨਹੀਂ ਹੈਗਾ ਇਹ ਕੁਛ ਕਰਨ ਦਾ, ਨਾ ਉਹ ਕਹਿੰਦਾ ਜੀ ਮੈਂ ਤਾਂ ਸਵੇਰੇ ਨੂੰ ਜਾਣਾ ਤੇ ਸ਼ਾਮ ਨੂੰ 12 ਘੰਟੇ 16 ਘੰਟਾ ਲਾ ਕੇ ਕੰਮ ਕਰਕੇ ਆਉਣਾ, ਤੇ ਮੈਂ ਕਿੱਥੋਂ ਫਰੂਟ ਖਾਵਾਂ, ਕਿੱਥੋਂ ਸਬਜ਼ੀਆਂ ਖਾਵਾਂ, ਕਿੱਥੋਂ ਸੂਪ ਪੀਵਾਂ, ਮੈਨੂੰ ਤਾਂ ਕੰਮ 'ਚੋਂ ਹੀ ਵੇਲ ਨਹੀਂ। ਫਿਰ ਉਹਨਾਂ ਵਾਸਤੇ ਕੋਈ ਫਾਰਮੂਲਾ? ਇਹਦੇ ਵਿੱਚ ਉਹ ਤਾਕਤ ਹੈ ਜਿਹੜੀ ਬੰਦੇ ਕਹਿੰਦੇ ਨਾ, ਮੈਂ ਮਰਦਾਨਾ ਕਮਜ਼ੋਰੀ 'ਚ ਆ ਗਿਆ, ਜਾਂ ਮੈਂ ਇਹਨਾਂ ਚੀਜ਼ਾਂ 'ਚ ਪ੍ਰੋਬਲਮ ਸਾਹਮਣਾ ਕਰ ਰਿਹਾ, ਸਟ੍ਰੈਸ ਦਾ ਸਾਹਮਣਾ ਕਰ ਰਿਹਾ ਮੈਂ ਕਿਤੇ ਨਾ ਕਿਤੇ, ਉਹ ਚੀਜ਼ ਹੈ। ਤੁਸੀਂ ਖਾ ਕੇ ਦੇਖੋ, ਸਾਰਾ ਦਿਨ ਐਕਟਿਵ ਆ। ਤੁਸੀਂ ਦੁੱਧ ਪਿਲਾ ਰਹੇ ਆ, ਦੁੱਧ ਦੇ ਵਿੱਚ ਇੰਨੀ ਕੁ ਪਾ ਕੇ ਦੇ ਦਿਓ, ਸਾਰਾ ਦਿਨ ਮਤਲਬ ਸੈੱਟ ਹੋ ਜਾਣੇ ਆ। ਜਦੋਂ ਫਿਰ ਦੇਖੋ ਡਿਵੋਰਸ ਹੋਣ ਦੇ ਕਾਰਨ ਕੀ ਆ, ਸਾਡੀ ਕਿਤੇ ਨਾ ਕਿਤੇ ਜਿਹੜੀ ਨੋਕ ਝੋਕ ਆ ਵੱਧਦੀ ਇਸ ਲੈਵਲ ਤੇ ਚਲੇ ਜਾਂਦੀ ਆ। ਉਹਦਾ ਪਿਛਲਾ ਪਾਰਟ ਉਦੋਂ ਸਮਝ ਲੱਗਦਾ ਜਦੋਂ ਵੂਮਨ ਸੈੱਲ 'ਚ ਜਾਂਦੇ ਆ। ਚਾਕਲੇਟ ਸਟਾਈਲ ਦੇ ਵਿੱਚ ਹੈ, ਛੋਟੀ ਜਿਹੀ ਡੱਬੀ ਹੈ ਜਿਹਦੇ ਵਿੱਚ ਨਹੀਂ ਯੂਜ਼ ਕੀਤਾ। ਅਸੀਂ ਟੇਸਟ ਕਰਕੇ ਦੇਖ ਲੈਂਦੇ ਹਾਂ ਕਿਹੋ ਜਿਹਾ ਟੇਸਟ ਹੈ, ਤੁਹਾਨੂੰ ਜ਼ਰੂਰ ਦੱਸਦਾ ਮੈਂ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਇਸ ਵੇਲੇ ਤੁਸੀਂ ਦੇਖ ਰਹੇ ਹੋਵੋਗੇ ਮੇਰੇ ਪਿੱਛੇ ਨੇਵਲ ਅੰਮ੍ਰਿਤ ਵਾਲੇ ਹਰਦੀਪ ਜੀ ਨੇ, ਤੇ ਨਾਲ ਉਹਨਾਂ ਨੂੰ ਇਹ ਸਾਰਾ ਪ੍ਰਬੰਧਨ ਦੇਖਣ ਵਾਲੇ ਉਹਨਾਂ ਦੇ ਬ੍ਰਦਰ ਸਾਡੇ ਨਾਲ ਨੇ। ਅਸੀਂ ਰਸਤੇ ਦੇ ਵਿੱਚ ਨੇਵਲ ਅੰਮ੍ਰਿਤ ਜਿਨ੍ਹਾਂ ਨੇ ਯੂਜ਼ ਕੀਤਾ, ਜਿਨ੍ਹਾਂ ਨੇ ਪਾਇਆ, ਉਸ ਨੂੰ ਮਿਲਣ ਜਾ ਰਹੇ ਸੀ, ਉਹਨਾਂ ਮਰੀਜ਼ਾਂ ਨੂੰ ਮਿਲਣ ਜਾ ਰਹੇ ਸੀ ਕਿ ਰਸਤੇ ਦੇ ਵਿੱਚ ਬੜੀ ਨਿਵੇਕਲੀ ਚਰਚਾ ਜਿਹੜੀ ਉਹ ਸ਼ੁਰੂ ਹੋਈ। ਉਹ ਚਰਚਾ ਜੋ ਇਸ ਵੇਲੇ ਪੰਜਾਬ ਦਾ ਯੂਥ ਕਰ ਰਿਹਾ ਹੈ, ਪੰਜਾਬ ਦੇ ਮੁੰਡੇ ਕੁੜੀਆਂ ਕਰ ਰਹੇ ਨੇ, ਤੇ ਉਹ ਚਰਚਾ ਕਰਨ ਤੋਂ ਬਾਅਦ ਕਈ ਵਾਰ ਕੀ ਹੁੰਦਾ ਹੈ ਕਿ ਜਿਹੜਾ ਅਜੋਕਾ ਨੌਜਵਾਨ ਹੈ ਉਹ ਕੁਰਾਹੇ ਵੀ ਪੈ ਜਾਂਦਾ ਹੈ, ਬਹੁਤ ਸਾਰੀਆਂ ਠੱਗੀਆਂ ਠੋਰੀਆਂ ਦਾ ਵੀ ਜਿਹੜਾ ਉਹ ਸ਼ਿਕਾਰ ਹੋ ਜਾਂਦਾ ਹੈ। ਸਾਡੇ ਨਾਲ ਹਰਦੀਪ ਜੀ ਨੇ, ਬੜਾ ਲੰਮਾ ਤਜਰਬਾ ਹੈ ਇਹਨਾਂ ਦਾ। ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਦੋਂ ਅਸੀਂ ਕੁਦਰਤ ਤੋਂ ਦੂਰ ਹੁੰਦੇ ਹਾਂ, ਜਦੋਂ ਅਸੀਂ ਉਸ ਪਿਤਾ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਤੋਂ, ਉਸ ਵੰਨਗੀ ਤੋਂ ਦੂਰ ਹੁੰਦੇ ਹਾਂ, ਤਾਂ ਫਿਰ ਕਿਹੋ ਜਿਹੀਆਂ ਦਿੱਕਤਾਂ ਪਰੇਸ਼ਾਨੀਆਂ ਸਾਨੂੰ ਸਾਹਮਣੇ ਆਉਂਦੀਆਂ ਨੇ। ਮੈਂ ਪੀਂਗ ਜਿਹਦਾ ਹੁਲਾਰਾ ਲਿਆ, ਇਹ ਪੀਂਗ ਦੀ ਵੀ ਆਪਣੇ ਆਪ ਦੇ ਵਿੱਚ ਬੜੀ ਕੁਦਰਤੀ, ਅਸੀਂ ਕਹਿ ਲਈਏ ਕਿ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅਜਿਹਾ ਤਰੀਕਾ ਹੈ ਜਿਸ ਨਾਲ ਅਸੀਂ ਆਪਣਾ ਮਾਈਂਡ ਹੈ ਉਹ ਰਿਲੈਕਸ ਕਰ ਸਕਦੇ ਹਾਂ। ਪਰ ਅਜੋਕੇ ਵੇਲੇ ਜਿਹੜਾ ਨੌਜਵਾਨ ਹੈ ਉਹ ਪੁੱਠੇ ਰਾਹ ਪੈ ਕੇ ਜਿਹੜਾ ਆਪਣਾ ਮਾਈਂਡ ਹੈ ਉਹ ਰਿਲੈਕਸ ਕਰਨ ਦੀ ਕੋਸ਼ਿਸ਼ 'ਚ ਹੈ। ਅਜਿਹੇ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੈ ਉਹ ਆਪਣੇ ਸਰੀਰ ਦਾ ਕਰ ਲੈਂਦਾ ਹੈ। ਸੋ ਅਜਿਹੇ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਰਿਲੈਕਸ ਕਰਨ ਲਈ ਰੁਕੇ ਹਾਂ। ਸਾਨੂੰ ਮੌਕਾ ਮਿਲਿਆ ਕਿਉਂਕਿ ਗੱਲਬਾਤ ਇਸ ਤਰ੍ਹਾਂ ਦੀ ਸ਼ੁਰੂ ਹੋ ਗਈ ਕਿ ਉਸ ਤੋਂ ਬਾਅਦ ਸਬਬ ਬਣਿਆ ਅਸੀਂ ਤੁਹਾਡੀ ਗੱਲਬਾਤ ਕਰਾਂਗੇ ਕਿ ਅਜੋਕੇ ਵੇਲੇ ਦਾ ਜਿਹੜਾ ਯੂਥ ਹੈਗਾ, ਨੌਜਵਾਨ ਹੈਗਾ, ਉਹ ਕਿੱਧਰ ਨੂੰ ਜਾ ਰਿਹਾ ਹੈ ਤੇ ਕਿਸ ਤਰੀਕੇ ਨਾਲ ਜਿਹੜਾ ਉਹ ਠੱਗੀ ਦਾ ਸ਼ਿਕਾਰ ਹੈ, ਨੀਮ ਹਕੀਮਾਂ ਕੋਲ ਹੋ ਰਿਹਾ। ਸਾਡੇ ਨਾਲ ਹਰਦੀਪ ਜੀ ਨੇ, ਹਮੇਸ਼ਾ ਹੀ ਹਸੂ ਕਰਦਾ ਉਹਨਾਂ ਦਾ ਚਿਹਰਾ, ਉਹਨਾਂ ਨਾਲ ਗੱਲਬਾਤ ਕਰ ਦਿੰਦੇ ਹਾਂ। ਹਰਦੀਪ ਜੀ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ। ਇੱਕ ਵਾਰ ਫਿਰ ਆਪਣੀ ਚਰਚਾ ਗੱਡੀ ਦੇ ਵਿੱਚ ਚੱਲ ਰਹੀ ਸੀ, ਮੈਨੂੰ ਲੱਗਦਾ ਹੈ ਕਿ ਜਿਹੜਾ ਅਸੀਂ ਰਿਲੈਕਸ ਕਰ ਰਹੇ ਹਾਂ ਇਸ ਵੇਲੇ, ਉਹ ਚਰਚਾ
ਅੱਗੇ ਵੀ ਵਧਣੀ ਚਾਹੀਦੀ ਹੈ। ਤੁਸੀਂ ਕਹਿ ਰਹੇ ਸੀ ਕਿ ਇਸ ਵੇਲੇ ਜਿਹੜਾ ਨੌਜਵਾਨ ਮੁੰਡੇ ਕੁੜੀਆਂ ਨੂੰ ਦਿੱਕਤ ਬਹੁਤੀ ਹੁੰਦੀ ਨਹੀਂ, ਦਿੱਕਤ ਲਾਈਫ ਸਟਾਈਲ ਦੀ ਹੁੰਦੀ ਹੈ, ਦਿੱਕਤ ਖਾਣ ਪੀਣ ਵਾਲੇ ਪਾਸੇ ਹੁੰਦੀ ਹੈ, ਦਿੱਕਤ ਥੋੜ੍ਹੀ ਬਹੁਤ ਸਟ੍ਰੈਸ ਦੀ ਹੋ ਜਾਂਦੀ ਹੈ, ਪਰ ਉਹ ਉਹਨੂੰ ਇੰਨਾ ਜ਼ਿਆਦਾ ਗੰਭੀਰਤਾ ਨਾਲ ਲੈ ਜਾਂਦਾ ਹੈ ਕਿ ਉਹ ਉਸ ਚੀਜ਼ ਨੂੰ ਲੈ ਕੇ ਸਟ੍ਰੈਸ ਦੇ ਵਿੱਚ ਚਲਾ ਜਾਂਦਾ, ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ। ਤਾਂ ਮੈਨੂੰ ਇਹ ਦੱਸੋ, ਮੇਰਾ ਸਿੱਧਾ ਸਵਾਲ ਤੁਹਾਨੂੰ ਇਹ ਹੈ ਕਿ ਅਜੋਕੇ ਵੇਲੇ ਕੋਈ ਤੁਹਾਨੂੰ ਲੱਗਦਾ ਹੈ ਕਿ ਕਿੱਧਰ ਨੂੰ ਤੋਰਨਾ ਚਾਹੀਦਾ ਸਾਨੂੰ ਨੌਜਵਾਨਾਂ ਨੂੰ? ਦੇਖੋ ਜਿੱਦਾਂ ਮੈਂ ਹਰ ਵਾਰੀ ਗੱਲ ਕਰਦਾ ਹੁੰਦਾ ਭਾਜੀ ਨਾ, ਕੁਦਰਤ ਬਹੁਤ ਬੇਅੰਤ ਹੈ, ਕੁਦਰਤ ਬਹੁਤ ਬੇਅੰਤ ਹੈ। ਸੋ ਉਸ ਕੁਦਰਤ ਦੇ ਖਜ਼ਾਨੇ 'ਚ ਬਹੁਤ ਕੁਝ ਪਿਆ ਹੈ। ਪੀਂਘ ਝੂਟਦੇ ਸੀ, ਇੱਕ ਕੁਦਰਤ ਦਾ ਖਜ਼ਾਨਾ ਸੀਗਾ ਨਾ। ਸੋ ਸਾਡੇ ਬਜ਼ੁਰਗਾਂ ਨੂੰ ਜਿਹੜੇ ਵੀਡੀਓ ਦੇਖਣਗੇ, ਭੈਣਾਂ ਜਿਨ੍ਹਾਂ ਨੇ ਨਹੀਂ ਝੂਟੀ ਉਹ ਝੂਟ ਲੈਣ, ਜਿਹੜੇ ਨੇ ਝੂਟੀ ਉਹਨਾਂ ਨੂੰ ਯਾਦ ਆ ਜਾਊਗੀ ਨਾ, ਖਾਸ ਕਰਕੇ ਪੀਪਲ ਦੇ ਹੇਠ। ਬਿਲਕੁਲ। ਸੋ ਉਹ ਇੱਕ ਵਜ੍ਹਾ ਰਹੀ ਆ। ਅੱਜ ਸਾਡਾ ਸਮਾਜ ਕੁਰਾਹੇ ਪਾਤਾ, ਜਿਹੜੇ ਅੱਜ ਮੁੰਡੇ ਕੁੜੀਆਂ ਕੁਰਾਹੇ ਪੈ ਗਏ, ਉਹਨਾਂ ਨੂੰ ਮੈਂਟਲੀ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ, ਖਾਸ ਕਰਕੇ ਡਾਕਟਰਾਂ ਵੱਲੋਂ, ਖਾਸ ਕਰਕੇ ਸਾਡੇ ਵਰਗੇ ਵੈਦਾਂ ਤੋਂ, ਠੀਕ ਹੈ ਜੀ। ਸੋ ਇਹ ਚੀਜ਼ ਉਹ ਮੈਂਟਲੀ ਤੌਰ 'ਤੇ ਡਿਸਟਰਬ ਕਰ ਦਿੱਤਾ ਕਿ ਤੂੰ ਪ੍ਰੋਬਲਮ 'ਚ ਆ, ਤੇਰੀ ਮੈਰਿਜ ਨਹੀਂ ਹੋ ਸਕਦੀ, ਤੇਰੀ ਜੇ ਪ੍ਰੋਬਲਮ ਉਹ ਕੁਛ ਨਹੀਂ ਇੱਦਾਂ ਦਾ, ਕੋਈ ਇੱਦਾਂ ਦੀ ਹੈ ਨਹੀਂ ਗਾ ਫੰਡਾ। ਹਾਂ, ਜੇ ਪ੍ਰੋਬਲਮ ਆਉਂਦੀ ਉਹ ਕਿਉਂ ਆਉਂਦੀ ਉਹਨੂੰ ਸਾਨੂੰ ਸਮਝਣ ਦੀ ਲੋੜ ਹੈਗੀ ਆ। ਉਹੀ ਆਪਾਂ ਚਰਚਾ ਕਰ ਰਹੇ ਸੀ ਕਿ ਜਿਹੜੀ ਅਜੋਕੇ ਵੇਲੇ ਜ਼ਿਆਦਾਤਰ ਪ੍ਰੋਬਲਮ ਨੇ ਉਹ ਮੈਨੂੰ ਲੱਗਦਾ ਹੈ ਕਿ ਮਾਨਸਿਕ ਪ੍ਰੋਬਲਮਾਂ ਵੱਲ ਨੂੰ ਜਿਹੜਾ ਨੌਜਵਾਨ ਆ ਉਹ ਜ਼ਿਆਦਾ, ਤੇ ਉਸ ਤੋਂ ਬਾਅਦ ਉਹ ਸਰੀਰਕ ਫਿਰ ਆਪਣੇ ਆਪ ਬਣ ਜਾਂਦੀਆਂ ਨੇ। ਮਾਨਸਿਕ ਤੌਰ 'ਤੇ ਦੇਖੋ, ਸਟਰੈਸ ਇੰਨਾ ਕੁ ਕੰਮ ਦਾ, ਅੱਜ ਜੋਬਾਂ ਹੈ ਨਹੀਂ ਗੀਆਂ, ਸਭ ਤੋਂ ਵੱਡੀ ਗੱਲ ਆ। ਜੇ ਕਿਸੇ ਕੋਲ ਜੋਬ ਹੈਗੀ ਵੀ ਆ, ਉਹ 'ਤੇ ਵਰਡਨ ਇੰਨਾ ਹੈਗਾ ਆ ਕਿ ਉਹ ਆਪਣੀ ਫੈਮਿਲੀ ਦੇ ਵਿੱਚ ਟਾਈਮਿੰਗ ਨਹੀਂ ਦੇ ਪਾ ਰਿਹਾ। ਉਹ ਮੈਂਟਲੀ ਤੌਰ 'ਤੇ ਸਾਡਾ ਜਿਹੜਾ ਪਰ ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕਦੇ ਆ, ਫੈਮਿਲੀ ਨੂੰ ਟਾਈਮ ਨਾ ਦੇਣ ਦੇ ਹੋਰ ਵੀ ਵੱਡੇ ਕਾਰਨ ਹੁੰਦੇ ਨੇ, ਕਿਉਂਕਿ ਜੀ ਲਾਈਫ ਸਟਾਈਲ ਇੱਦਾਂ ਦਾ ਹੋ ਗਿਆ, ਬੰਦੇ ਦਾ ਦਿਲ ਕਰਦਾ ਹੈ ਕਿ ਉਹ ਬੱਚਿਆਂ ਨਾਲ ਜਾ ਕੇ ਖੇਡੇ, ਬੱਚਿਆਂ ਨਾਲ ਟਾਈਮ ਸਪੈਂਡ ਕਰੇ, ਆਪਣੇ ਸ਼ਰੀਕੇ ਹਯਾਤ ਨਾਲ ਟਾਈਮ, ਯਾਨੀ ਕਿ ਆਪਣੀ ਵਾਈਫ ਨਾਲ ਟਾਈਮ ਸਪੈਂਡ ਕਰੇ, ਪਰ ਸਾਰਾ ਦਿਨ ਦੀ ਥਕਾਵਟ, ਕੰਮ ਦਾ ਬੋਝ ਇੰਨਾ ਜ਼ਿਆਦਾ ਹੋ ਜਾਂਦਾ ਉਹਦੇ 'ਤੇ ਉਹਨੂੰ ਇਸ ਪਾਸੇ ਸੋਚਣ ਦਾ ਮੌਕਾ ਨਹੀਂ ਮਿਲਦਾ। ਬਸ ਇਹੀ ਚੀਜ਼ ਆ ਨਾ, ਅਸੀਂ ਕੁਦਰਤ ਤੋਂ, ਮੈਂ ਪਹਿਲਾਂ ਹੀ ਗੱਲ, ਕੁਦਰਤ ਤੋਂ ਹਟ ਕੇ ਚੱਲ ਰਹੇ ਹਾਂ। ਕੁਦਰਤ ਸਾਡੇ ਕੋਲ ਕੰਮ ਹੈ, ਮੈਂ ਮੰਨਦਾ ਕਿ ਜ਼ਰੂਰੀ ਹੈ, ਕੰਮ ਕਰਨੇ ਬਹੁਤ ਜ਼ਰੂਰੀ ਹੈਗੇ, ਬਟ ਇਹ ਨਹੀਂ ਹੈਗਾ ਕਿ ਅਸੀਂ ਆਪਣੀ ਲਾਈਫ ਡਿਸਟਰਬ ਕਰ ਲਈਏ। ਜਦੋਂ ਲਾਈਫ ਡਿਸਟਰਬ, ਹੁਣ ਕੰਮ ਤੋਂ ਥੱਕਿਆ ਹੋਇਆ ਮੈਂ ਘਰੋਂ ਜਾਂਦਾ, ਕੰਮ ਤੋਂ ਗਿਆ, ਮੰਨ ਲਓ ਇੱਥੋਂ 10 ਘੰਟੇ ਆਫਿਸ 'ਚ ਬੈਠਾ ਕੰਮ ਕਰਨ, 16 ਘੰਟੇ ਮੈਂ ਕਈ ਵਾਰ ਦੇਖਿਆ ਕਿ 16 ਘੰਟੇ ਵੀ ਤੁਹਾਨੂੰ ਹੋ ਜਾਂਦੇ ਨੇ। ਸਵੇਰੇ ਨੂੰ ਫੋਨ ਕਰੋ ਤੇ ਰਾਤ ਨੂੰ 12 ਵਜੇ ਫੋਨ ਕਰੋ, ਤੁਸੀਂ ਦਫ਼ਤਰ ਹੁੰਦੇ ਹੋ। ਬਿਲਕੁਲ, ਕਾਰਨ ਉਹਦੇ ਉਸ ਤੋਂ ਬਾਅਦ ਮੇਰਾ ਟਾਈਮ ਬਹੁਤ ਵੱਡਾ ਸੀ, ਕਿਉਂਕਿ ਮੈਂ ਘਰੇ ਘੋੜੀਆਂ ਰੱਖੀਆਂ ਹੋਈਆਂ ਹੈ ਨਾ। ਮੈਂ ਆਪਣਾ ਟਾਈਮ ਹਮੇਸ਼ਾ ਹੀ ਲਾਣਾ, ਆਪਣੇ ਬੱਚਿਆਂ ਨਾਲ ਖੇਡਣਾ, ਕੁਦਰਤ ਨਾਲ ਰਹਿਣਾ। ਤੁਸੀਂ ਘਰੇ ਚੱਲੂਗੇ, ਮੈਂ ਕਦੇ ਵੀ ਇਹਨਾਂ ਪੈਂਟਾਂ ਸ਼ਰਟਾਂ 'ਚ ਨਹੀਂ ਹੁੰਦਾ, ਨੋਰਮਲ ਹੁੰਦਾ ਸਾਰੀ ਗੱਲ। ਉਹ ਕਿਉਂ ਆ? ਕਿਉਂਕਿ ਉਹੀ ਟਾਈਮਿੰਗ ਜਿਹੜੀ ਆ ਤੁਹਾਡੇ ਲਾਈਫ ਦੇ ਵਿੱਚ ਕੰਮ ਕਰਦੀ ਆ। ਸੋ ਇਹੀ ਟਾਈਮਿੰਗ ਖਤਮ ਹੋ ਚੁੱਕੀ ਆ। ਜਿਹੜੀ ਇਹ ਖਤਮ ਹੋ ਗਈ, ਇਹਨੇ ਹੀ ਵੱਡੀਆਂ ਪ੍ਰੋਬਲਮਾਂ ਕ੍ਰੀਏਟ ਕਰ ਦਿੱਤੀਆਂ। ਤੇ ਪਰ ਹਰਜੀਤ ਜੀ, ਇੱਕ ਹੋਰ ਸਵਾਲ ਹੈ, ਮੈਂ ਤੁਹਾਡੇ ਕੋਲ ਬੜਾ ਪਰਸਨਲ ਜਾਂ ਨਿੱਜੀ ਸਵਾਲ ਪੁੱਛਣ ਵਾਲਾ, ਕਿਉਂਕਿ ਇਸ ਵੇਲੇ ਹਰੇਕ ਬੰਦਾ ਹੀ ਬੜਾ ਪਰੇਸ਼ਾਨ ਹੈ। ਥਾਂ ਦੇ ਉੱਤੇ ਐਡਵਰਟੀਜ਼ਮੈਂਟ ਹੋ ਰਹੀ ਹੈ ਕਿ ਜੀ ਇਸ ਤਰੀਕੇ ਨਾਲ ਤਾਕਤ ਬਣਾਓ, ਘੋੜਿਆਂ ਵਰਗੀ ਤਾਕਤ ਹੋ ਜਾਏਗੀ ਤੁਹਾਡੀ, ਇੱਦਾਂ ਹੋ ਜਾਏਗਾ, ਉਹ ਹੋ ਜਾਏਗਾ। ਉਹ ਐਡਵਰਟੀਜ਼ਮੈਂਟ ਦੇਖ ਕੇ ਮੈਨੂੰ ਲੱਗਦਾ ਹੁੰਦਾ ਕਿ ਇਸ ਵੇਲੇ ਪੂਰਾ ਮੁਲਕ ਹੀ ਕਿਤੇ ਨਪੁੰਸਕਤਾ ਵਾਲੇ ਪਾਸੇ ਨੂੰ ਜਾਂ ਨਾਮਰਦਗੀ ਵਾਲੇ ਪਾਸੇ ਨੂੰ। ਤਾਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਾਰਾ ਦਿਨ ਜੋ ਤੁਸੀਂ ਟਾਈਮ ਸੈੱਟ ਕੀਤਾ ਹੋਇਆ, ਤੁਸੀਂ ਕੀ ਆਪਣਾ ਫਾਰਮੂਲਾ ਅਪਣਾਇਆ ਹੋਇਆ? ਅੱਜ ਮੈਂ ਉਹ ਜਾਣਨਾ ਚਾਹਾਂਗਾ ਕਿ ਤੁਸੀਂ 16 ਘੰਟੇ, ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਮੈਂ ਪਰਿਵਾਰ ਨੂੰ ਵੀ ਪੂਰਾ ਟਾਈਮ ਦਿੰਦਾ, ਤੇ ਗ੍ਰਸਤੀ ਵਾਲੇ ਪਾਸੇ ਨੂੰ ਵੀ, ਸਭ ਕੁਝ ਪਰਮਾਤਮਾ ਦੀਆਂ ਮਿਹਰਾਂ ਨੇ। ਫਿਰ ਤੁਹਾਡੇ ਕੋਲ ਕੀ ਫਾਰਮੂਲਾ ਦੱਸਿਆ ਅੱਜ ਰਿਵੀਲ ਕਰੋਗੇ? ਮੈਂ ਦੇਖੋ, ਹੱਸਣ ਨਾਲ ਕੰਮ ਨਹੀਂ ਚੱਲਣਾ, ਉਹ ਤੁਹਾਨੂੰ ਫਾਰਮੂਲਾ ਦੱਸਣਾ ਪੈਣਾ। ਬਿਲਕੁਲ ਭਾਜੀ, ਮੈਂ ਸ਼ੇਅਰ ਕਰਦਾ ਤੁਹਾਡੇ ਨਾਲ, ਕਿਉਂਕਿ ਅਸੀਂ ਇੱਕ ਮੈਡੀਸਨ, ਇਹ ਮੈਨੂੰ ਅੱਜ ਨਹੀਂ, ਬਹੁਤਿਆਂ ਲੋਕਾਂ ਨੇ ਕਿਹਾ ਕਿ ਯਾਰ ਦੱਸੋ ਤਾਂ ਸਹੀ, 40 ਤੋਂ ਉੱਤੇ ਹੋ ਗਏ ਆ, ਉੱਦਾਂ ਦੇ ਲੱਗੀ ਜਾਂਦੇ। ਤੁਹਾਡੀ ਉਮਰ ਕਿੰਨੀ ਹੈ? 40 ਤੋਂ ਉੱਤੇ ਹੋ ਗਿਆ ਹੁਣ। 40 ਤੋਂ ਉੱਪਰ ਜਨਾਬ, ਲੱਗਦੇ ਤਾਂ ਤੁਸੀਂ ਜਿਵੇਂ 30 31 32 ਸਾਲ। ਉਹੀ ਗੱਲ ਆ ਨਾ, ਲੋਕੀ ਤੁਸੀਂ ਖਾਸ ਕਰਕੇ ਦੇਖਿਓ, ਡਾਕਟਰਸ ਕਦੇ ਵੀ ਉਹਨਾਂ ਦੀ ਪ੍ਰੋਬਲਮ ਨਹੀਂ ਆਉਂਦੀ, ਉਹ ਆਪਣੇ ਐਨ ਮੇਨਟੇਨ ਹੁੰਦੇ ਆ, ਚਾਹੇ ਵੈਦ ਵੀ ਹੋਵੇ, ਉਹ ਮੇਨਟੇਨ ਹੁੰਦੇ। ਉਹ ਕਿਉਂਕਿ ਉਹਨੇ ਕੁਝ ਚੀਜ਼ਾਂ ਆਪਣੇ ਲਈ ਰੱਖੀਆਂ ਹੁੰਦੀਆਂ, ਠੀਕ ਹੈ ਨਾ। ਜਿਹੜੀ ਚਲੋ ਮੈਨੂੰ ਕੋਈ ਇਦਾਂ ਦੀ ਗੱਲ ਨਹੀਂ, ਤੁਸੀਂ ਵੀ ਆਪ ਵੀ ਰੱਖੇ। ਬਿਲਕੁਲ। ਦੇਖੋ, ਅਸੀਂ ਇੱਕ ਮੈਡੀਸਨ ਬਣਦੀ ਆ, ਉਹ ਤੁਸੀਂ ਜੇ ਸਹੀ ਤਰੀਕੇ ਨਾਲ ਯੂਜ਼ ਕਰ ਲੈਂਦੇ ਆ ਤਾਂ ਤੁਹਾਡੀ, ਮੈਂ ਕਹਿੰਦਾ ਕਿ ਮੈਂ 50 ਸਾਲ 60 ਸਾਲ ਤੱਕ ਇੱਦਾਂ ਦਾ ਰਹਿਣਾ, ਮੈਨੂੰ ਪਤਾ
ਕਿਉਂਕਿ ਬਾਡੀ ਨੂੰ ਕੀ ਚਾਹੀਦਾ ਹੈ ਉਹ ਪਤਾ ਆ। ਸੋ ਉਹੀ ਚੀਜ਼ ਅਸੀਂ ਰੈਡੀ ਕੀਤੀ ਹੋਈ ਆ। ਅਸੀਂ ਹਾਂ ਦੇਵਾਂਗੇ ਹੁਣ ਲੋਕਾਂ ਨੂੰ ਰੈਡੀ ਆ ਕਿ ਉਹ ਚੀਜ਼ ਨੂੰ ਦੇਵਾਂਗੇ। ਨਹੀਂ ਉਹ ਤਾਂ ਗੱਲ ਠੀਕ ਹੈ, ਉਸ ਬਾਬਤ ਵੀ ਅਸੀਂ ਗੱਲਬਾਤ ਤੁਹਾਡਾ ਜਿਹੜਾ ਖੁਲਾਸਾ ਕਰਾਂਗੇ ਤੁਹਾਡੀ ਜਵਾਨੀ ਦਾ ਔਰ ਤੁਹਾਡੇ ਜਵਾਨ ਰਹਿਣ ਦਾ ਕੀ ਫਾਰਮੂਲਾ ਹੈ। ਪਰ ਜੋ ਕਿ ਮੈਨੂੰ ਦੱਸਿਆ ਜੀ ਕੀ ਹੈ, ਅਸੀਂ ਲੋਕਾਂ ਨੂੰ ਡਾਈਟ ਵੀ ਦੱਸ ਦਿੰਦੇ ਹਾਂ ਕਿ ਜੀ ਸੈਲਡ ਲੈ ਲਓ, ਫਰੂਟ ਲੈ ਲਓ, ਜੂਸ ਲੈ ਲਓ, ਕੁਦਰਤੀ ਚੀਜ਼ਾਂ ਉਹ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਅਹਿਮੀਅਤ ਰੱਖਦੀਆਂ ਨੇ। ਪਰ ਜਿਹਦੇ ਕੋਲ ਟਾਈਮ ਨਹੀਂ ਹੈਗਾ ਇਹ ਕੁਛ ਕਰਨ ਦਾ, ਨਾ ਉਹ ਕਹਿੰਦਾ ਜੀ ਮੈਂ ਤਾਂ ਸਵੇਰੇ ਨੂੰ ਜਾਣਾ ਤੇ ਸ਼ਾਮ ਨੂੰ 12 ਘੰਟੇ 16 ਘੰਟਾ ਲਾ ਕੇ ਕੰਮ ਕਰਕੇ ਆਉਣਾ, ਤੇ ਮੈਂ ਕਿੱਥੋਂ ਫਰੂਟ ਖਾਵਾਂ, ਕਿੱਥੋਂ ਸਬਜ਼ੀਆਂ ਖਾਵਾਂ, ਕਿੱਥੋਂ ਸੂਪ ਪੀਵਾਂ, ਮੈਨੂੰ ਤਾਂ ਕੰਮ 'ਚੋਂ ਹੀ ਵੇਲ ਨਹੀਂ। ਫਿਰ ਉਹਨਾਂ ਵਾਸਤੇ ਕੋਈ ਫਾਰਮੂਲਾ, ਜਿਸ ਦਿਨ ਤੁਹਾਡੀ ਰੂਟੀਨ ਵੀ ਫਰੂਟ ਸੈਲਡ ਵਾਲੀ ਰਹਿੰਦੀ ਹੈ ਮੈਨੂੰ ਪਤਾ ਹੈ, ਜਿਸ ਤਰੀਕੇ ਨਾਲ ਮੈਂ ਦਫ਼ਤਰ 'ਚ ਤੁਹਾਡੇ ਕੋਲ ਆਉਣਾ, ਜਿਸ ਦਿਨ ਉਹ ਚੀਜ਼ ਨਹੀਂ ਕਰ ਪਾਉਂਦੇ ਤੇ ਫਿਰ ਤੁਹਾਡੇ ਕੋਲ ਉਹ ਅਲਟਰਨੇਟ ਕੁਛ ਤਾਂ ਰੱਖਿਆ ਹੋਊਗਾ। ਤੁਸੀਂ ਵੈਦ ਹੋ, ਤੁਸੀਂ ਸਾਰਾ ਕੁਝ ਜਾਣਦੇ ਕਰਦੇ, ਕੁਝ ਤਾਂ ਅਲਟਰਨੇਟ ਹੋਊਗਾ। ਮੈਂ ਤੁਹਾਨੂੰ ਦਿਖਾਲਦਾ ਜੀ ਮੇਰੇ ਕੋਲ ਕੁਝ ਹੈ। ਮੈਂ ਲਓ ਜੀ ਆ ਜੇਬ 'ਚ ਹੁਣ ਆਪਣਾ ਇਹ ਫਾਰਮੂਲਾ ਰਿਵੀਲ ਕਰਨ ਲੱਗੇ ਨੇ। ਸੋ ਹਰਦੀਪ ਜੀ ਨੇ ਜਿਹੜੇ ਕਿ ਨੇਵਲ ਅੰਮ੍ਰਿਤ ਦੇ ਵਿੱਚ ਬਹੁਤ ਡੂੰਘਾਈ ਨਾਲ ਕੰਮ ਕਰ ਚੁੱਕੇ ਨੇ ਔਰ ਹਜ਼ਾਰਾਂ ਸੈਂਕੜੇ ਮਰੀਜ਼ਾਂ ਦਾ ਜਿਹੜਾ ਉਹ ਟ੍ਰੀਟਮੈਂਟ ਹੈ ਨੇਵਲ ਅੰਮ੍ਰਿਤ ਨਾਲ ਕਰ ਚੁੱਕੇ ਨੇ। ਧੁੰਨ ਦੇ ਵਿੱਚ ਬੂੰਦਾਂ ਪਾ ਕੇ ਉਸ ਦਾ ਟ੍ਰੀਟਮੈਂਟ ਕਰ ਚੁੱਕੇ ਨੇ। ਜਾਂਦੇ ਜਾਂਦੇ ਸਾਡੀ ਵੈਸੇ ਹੀ ਇਹ ਗੱਲਬਾਤ ਸ਼ੁਰੂ ਹੋ ਗਈ ਸੀ, ਅਸੀਂ ਰੈਸਟ ਵਾਸਤੇ ਬੈਠੇ, ਮੈਨੂੰ ਦਿਖਾ ਰਹੇ ਸੀ ਕਿ ਰਿਜ਼ਲਟ ਤੁਹਾਨੂੰ ਅਸੀਂ ਦਿਖਾਉਣੇ ਆ ਕਿ ਕਿੰਨੇ ਜ਼ਬਰਦਸਤ ਰਿਜ਼ਲਟ ਜਿਹੜੇ ਨੇਵਲ ਅੰਮ੍ਰਿਤ ਦੇ ਆਏ ਨੇ। ਤਾਂ ਰਸਤੇ 'ਚ ਗੱਲਾਂ ਹੋਈਆਂ ਕਿ ਜਿਹੜਾ ਨੌਜਵਾਨ ਹੈ ਇਸ ਵੇਲੇ ਗ੍ਰਸਤੀ ਵਾਲੇ ਪਾਸੇ ਤੋਂ, ਮਰਦਾਨਾ ਕਮਜ਼ੋਰੀ ਵਾਲੇ ਪਾਸੇ ਤੋਂ ਬਹੁਤ ਜ਼ਿਆਦਾ ਡੂੰਘਾਈ ਦੇ ਵਿੱਚ ਸੋਚਦਾ ਹੈ ਤੇ ਗੁੰਮਰਾਹੇ ਪੈ ਜਾਂਦਾ ਹੈ। ਤੇ ਫਿਰ ਹੁਣ ਤੁਸੀਂ ਫਾਰਮੂਲਾ, ਇਹ ਛੋਟੀ ਜਿਹੀ ਡੱਬੀ ਜੀ ਇਹ ਹੈਗੀ ਹੈ ਅਰੂਚੋ। ਅੱਛਾ, ਰੁਚੋ ਸ਼ਕਤੀ ਮਤਲਬ ਤੁਹਾਡੀ ਸ਼ਕਤੀ ਵਧਾਣੀ, ਇਹ ਚੀਜ਼ ਹੈ। ਰੁਚੋ ਦਾ ਮਤਲਬ ਕੀ ਹੁੰਦਾ ਜੀ? ਰੁਚੀ। ਅੱਛਾ, ਰੁਚੀ ਕਿਸੇ ਚੀਜ਼ 'ਚ ਰੁਚੀ ਪੈਦਾ ਕਰਨੀ, ਖੇਡਣ 'ਚ ਰੁਚੀ ਹੋਣੀ ਚਾਹੀਦੀ ਆ, ਕੰਮ ਕਰਨ 'ਚ ਰੁਚੀ ਹੋ ਗਈ। ਜਿੱਥੇ ਸਾਡੀ ਰੁਚੀ ਟੁੱਟ ਜਾਂਦੀ ਨਾ, ਅਸੀਂ ਸਿਆਣੇ ਕਹਿੰਦੇ ਯਾਰ ਇਹ 'ਚ ਮੇਰੀ ਰੁਚੀ ਹੈ ਨਹੀਂ ਗੀ ਯਾਰ, ਹਨਾ, ਉਹ ਚੀਜ਼ ਹੈ। ਇਹਦਾ ਨਾਮ ਰੱਖਿਆ ਅਰੂਚੋ। ਠੀਕ ਹੈ ਵੀ, ਮਤਲਬ ਤੁਹਾਡੀ ਜਿਹੜੀ ਟੁੱਟੀ ਹੋਈ ਚੀਜ਼ ਹੈ ਉਹ ਆ, ਇਹ ਚੀਜ਼ ਹੈ। ਮੈਂ ਤੁਹਾਨੂੰ ਯੂਜ਼ ਕਰਨਾ ਦੱਸਦਾ ਕੀ ਚੀਜ਼ ਹੈ। ਇਹ ਚਾਕਲੇਟ ਫਲੇਵਰ 'ਚ ਕੋਈ ਟੈਬਲੇਟ ਨਹੀਂ, ਕੋਈ ਕੁਛ ਨਹੀਂ, ਤੁਸੀਂ ਜੇਬ 'ਚ ਹੀ ਰੱਖ ਰਹੇ ਹੋ? ਬਿਲਕੁਲ ਜੀ। ਇਸ ਤਰੀਕੇ ਨਾਲ ਇੰਨੀ ਕੁ ਲੈ ਲੈਣੀ ਆ, ਸਫੀਸ਼ੀਐਂਟ ਆ। ਤੁਹਾਡੇ ਦਿਨ ਦੀ ਡਾਈਟ ਹੈ ਸਾਰੀ, ਇਹ ਸਾਰੇ ਦਿਨ ਦੀ ਡਾਈਟ, ਸਾਰੇ ਦਿਨ ਦੀ ਡਾਈਟ। ਇਹ ਮਤਲਬ ਇਹ ਤੁਸੀਂ ਹਜੇ ਮਾਰਕੀਟ 'ਚ ਉਤਾਰੀ ਹੈ, ਤੁਸੀਂ ਦੇ ਰਹੇ ਹੋ, ਨਹੀਂ ਦੇ ਰਹੇ ਹਜੇ? ਨਹੀਂ। ਅੱਛਾ, ਹੁਣ ਤੁਹਾਡੇ ਚੈਨਲ ਤੇ ਆ ਕੇ ਹੁਣ ਦੇਣੀ ਪੈਣੀ ਆ। ਸੋ ਇਹ ਉਹ ਚੀਜ਼ ਹੈ ਭਾਜੀ ਜਿਹੜੀ ਕਿਸੇ ਨੂੰ ਵੈਦ ਦੱਸਦੇ ਨਹੀਂ। ਅੱਛਾ, ਜਿਨ੍ਹਾਂ ਦੀ ਆਪਣੀ ਜੇਬ 'ਚ ਹੁੰਦੀ ਹੈ। ਅੱਛਾ, ਪੱਕੀ ਗੱਲ ਹੈ ਇਹ ਚੀਜ਼, ਮੈਂ ਪਰ ਲੁਕਾਉਣਾ ਨਹੀਂ ਚਾਹੁੰਦਾ, ਦੱਸਣਾ ਚਾਹੁੰਦਾ। ਇਹਦੇ ਵਿੱਚ ਉਹ ਤਾਕਤ ਹੈ ਜਿਹੜੀ ਬੰਦੇ ਕਹਿੰਦੇ ਨਾ ਮੈਂ ਮਰਦਾਨਾ ਕਮਜ਼ੋਰੀ 'ਚ ਆ ਗਿਆ, ਜਾਂ ਮੈਂ ਇਹਨਾਂ ਚੀਜ਼ਾਂ 'ਚ ਪ੍ਰੋਬਲਮ ਸਾਹਮਣਾ ਕਰ ਰਿਹਾ, ਸਟਰੈਸ ਦਾ ਸਾਹਮਣਾ ਕਰ ਰਿਹਾ ਮੈਂ ਕਿਤੇ ਨਾ ਕਿਤੇ, ਉਹ ਚੀਜ਼ ਹੈ। ਤੁਸੀਂ ਖਾ ਕੇ ਦੇਖੋ, ਸਾਰਾ ਦਿਨ ਐਕਟਿਵ ਆ। ਜਦੋਂ ਤੁਸੀਂ ਐਕਟਿਵ ਆ ਨਾ, ਤੁਸੀਂ ਆਪਣੀ ਫੈਮਿਲੀ ਨੂੰ ਵੀ ਪ੍ਰੋਪਰ ਟਾਈਮ ਦਿੰਦੇ ਆ। ਠੀਕ ਹੈ ਨਾ। ਸੋ ਬੰਦਾ ਕਦੋਂ ਆਪਣੀ ਫੈਮਿਲੀ ਨੂੰ ਟਾਈਮ ਨਹੀਂ ਦਿੰਦਾ? ਜਦੋਂ ਥਕਾਵਟ ਮਹਿਸੂਸ ਕਰਦਾ। ਜਦੋਂ ਸੋ ਇਹ ਦੇਖੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਛੋਟੀ ਜਿਹੀ ਡੱਬੀ ਹੈ, ਇਹ ਡਿੱਬੀ ਨਹੀਂ, ਵੈਜੀ ਕਹਿ ਰਹੇ ਨੇ ਕਿ ਇਹ ਤਾਕਤ ਦਾ ਭੰਡਾਰ ਹੈ। ਇਹ ਮੈਨੂੰ ਲੱਗਦਾ ਹੈ ਕਿ ਜਿਵੇਂ ਕਹਿੰਦੇ ਨੇ ਵੀ ਸਾਗਰ 'ਚ ਜਿਹੜਾ ਗਾਗਰ 'ਚ ਸਾਗਰ ਭਰਿਆ ਹੋਇਆ, ਤੁਸੀਂ ਡੱਬੇ 'ਚ ਸਾਰਾ ਸਿਹਤ ਦਾ ਫਾਰਮੂਲਾ ਭਰੀ ਫਿਰਦੇ ਹੋ। ਫਿਰ ਤੇ ਮੈਂ ਉਹੀ ਨਹੀਂ, ਫਿਰ ਤਾਂ ਇਹ ਦਿੱਕਤ ਹੈ। ਫਿਰ ਤੁਸੀਂ ਹੁਣ ਤੱਕ ਲੋਕਾਂ ਨੂੰ ਕਿਉਂ ਨਹੀਂ ਦੱਸਿਆ? ਤਾਂ ਮੈਂ ਅਚਾਨਕ ਆਪਣੀ ਗੱਲਬਾਤ ਸ਼ੁਰੂ ਹੋਈ ਤੇ ਤੁਸੀਂ ਆਣਾ ਸੀ ਨਾ, ਤਾਂ ਕਰਕੇ ਗੱਲ ਹੋ ਗਈ। ਸੋ ਨਹੀਂ ਭਾਜੀ, ਪਤਾ ਕੀ ਗੱਲ, ਮੈਂ ਇਸ ਟੌਪਿਕ ਤੇ ਕੰਮ ਹੀ ਨਹੀਂ ਸੀ ਕਰਨਾ ਚਾਹੁੰਦਾ, ਕਿਉਂਕਿ ਲੋਕਾਂ ਨੂੰ ਬਹੁਤ ਲੁੱਟ ਖਸੁੱਟ ਹੋ ਚੁੱਕੀ ਆ। ਲੋਕੀ ਵਿਸ਼ਵਾਸ ਨਹੀਂ ਕਰਦੇ। ਬਟ ਇੱਕ ਚੀਜ਼ ਇਹ ਹੈਗਾ ਕਿ ਮੈਂ ਆਪਣੇ ਪਰਸਨਲੀ ਯੂਜ਼ ਕਰਦਾ ਇਹਨੂੰ, ਮੈਂ ਕਿਸੇ ਲਈ ਨਹੀਂ ਯੂਜ਼ ਕਰਦਾ। ਬਟ ਅਸੀਂ ਹੁਣ ਇਹਨੂੰ ਦੇਵਾਂਗੇ, ਲੋਕਾਂ ਤੱਕ ਪਹੁੰਚੇਗੀ। ਔਰ ਇਹ 100 ਨਹੀਂ 110% ਆ ਜੀ। ਜਿਹੜੇ ਕਹਿੰਦੇ ਨਾ ਕਿ ਮੈਨੂੰ ਆਹ ਪ੍ਰੋਬਲਮ ਆ ਗਈ, ਮੈਨੂੰ ਕੀ ਪ੍ਰੋਬਲਮਸ ਨੇ ਜਿਹੜੀਆਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਲਾਈਫ ਦੇ ਵਿੱਚ ਜਦੋਂ ਤੋਂ ਤੁਸੀਂ ਯੂਜ਼ ਕਰ ਰਹੇ ਹੋ ਤੁਹਾਨੂੰ ਕੋਈ ਪ੍ਰੋਬਲਮਸ ਆਈਆਂ ਨਹੀਂ ਇਹਦੇ ਨਾਲ? ਵੈਸੇ ਤਾਂ ਮੈਨੂੰ ਪਹਿਲਾਂ ਵੀ ਕੋਈ ਪ੍ਰੋਬਲਮ ਨਹੀਂ ਸੀਗੀ, ਮੈਂ ਫਿੱਟ ਸੀ। ਬਟ ਜੇ ਮੈਂ 18 ਘੰਟੇ ਵੀ ਕੰਮ ਕਰਦਾ ਨਾ, 16 ਘੰਟੇ ਵੀ ਕੰਮ ਕਰਦਾ, ਮੈਂ ਇਦਾਂ ਦਾ ਹੀ ਹਾਂ। ਜੇ ਇਦਾਂ ਦਾ ਆ, ਇਹਦਾ ਮਤਲਬ ਮੈਂ ਸਾਰੇ ਪਾਸੇ ਫਿੱਟ ਹੈ। ਠੀਕ ਹੈ ਨਾ। ਸਾਰੇ ਪਾਸੇ ਦਾ ਮਤਲਬ ਸਮਝਦੇ ਨੇ। ਸੋ ਕਾਰਨ ਕੀ ਆ ਇਹਦੇ ਵਿੱਚ? ਦੇਖੋ, ਸਾਨੂੰ ਸ਼ਰਮ ਵਾਲਾ ਟੌਪਿਕ ਨਹੀਂ ਹੈਗਾ, ਕੋਈ ਵੀ ਸ਼ਰਮ ਵਾਲਾ ਟੌਪਿਕ ਨਹੀਂ ਹੈਗਾ। ਕਮਜ਼ੋਰੀ ਕੋਈ ਨਹੀਂ ਹੁੰਦੀ, ਮਰਦਾਨਾ ਕਮਜ਼ੋਰੀ ਕੋਈ ਨਹੀਂ, ਸਟਰੈਸ ਹੀ ਤੁਹਾਡੀ ਕਮਜ਼ੋਰੀ ਹੈ। ਇਹ ਬੰਦਾ ਕਹਿੰਦਾ ਜੀ ਮੈਂ ਪਤਾ ਨਹੀਂ ਕੀ ਹੈ, ਉਹ ਇੱਕ ਮਾਈਂਡ ਦੇ ਵਿੱਚ ਨਾ, ਡਾਕਟਰ ਮੈਂ ਵੀ ਕਹੂੰਗਾ ਜੀ ਇੱਦਾਂ ਜੀ ਤੁਸੀਂ ਬਿਮਾਰ ਹੋ ਜਾਣਾ, ਤੁਸੀਂ ਜੇ ਆ ਤੁਸੀਂ ਲੈ ਲਓ, ਨਹੀਂ ਤਾਂ ਆਹ ਹੋ ਜੂ, ਜੇ ਹੋ ਜੂ ਉਹ। ਕਦੇ ਵੀ ਇਹਨਾਂ ਗੱਲਾਂ 'ਤੇ ਵਿਸ਼ਵਾਸ ਨਾ ਕਰੋ। ਇਹ ਗੱਲਾਂ, ਇਨਸਾਨ ਤੇ ਘੋੜਾ ਕਦੇ ਵੀ ਬੁੜਾ ਨਹੀਂ ਹੁੰਦਾ ਜੇਕਰ ਪ੍ਰੋਪਰ ਖੁਰਾਕ ਰਵੇ।
ਪਰ ਖੁਰਾਕ ਦੀ ਤਾਂ ਇਸ਼ੂ ਆ ਜਾਂਦਾ ਫਿਰ ਖੁਰਾਕ ਦਾ ਅਲਟਰਨੇਟ ਲੱਭਿਆ ਹੋਇਆ Alternate ਹੈ ਬਿਲਕੁਲ ਇਹ ਅਲਟਰਨੇਟ ਕੀ ਪਾਇਆ ਕੀ ਹੋਇਆ ਮਾਫ ਕਰਨਾ ਮੈਂ ਤੁਹਾਨੂੰ ਪੁੱਛ ਰਿਹਾ ਇਹ ਬਣਾਇਆ ਕਿਸ ਤਰੀਕੇ ਨਾਲ ਕੁਦਰਤੀ ਹੈ ਹਾਂ ਬਿਲਕੁਲ ਦੇਖੋ ਇਹ ਸਭ ਤੋਂ 100% ਹੈ ਕਿ ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਕੋਈ ਵੀ ਇਦਾਂ ਦੀ ਐਲੋਪੈਥਿਕ ਮੈਡੀਸਨ ਨਹੀਂ ਹੈਗੀ ਟੈਸਟ ਕਰਾਉਂਗੇ ਲਓ ਬਿਲਕੁਲ ਜੀ ਕਿਉਂ ਨਹੀਂ ਕਰਨਾ ਸੋ ਅਸੀਂ ਵੀ ਟੇਸਟ ਕਰਕੇ ਦੇਖਦੇ ਹਾਂ ਕਿ ਅਜਿਹਾ ਕੀ ਫਾਰਮੂਲਾ ਹੈ ਜਿਹਦੇ ਨਾਲ ਹਰਦੀਪ ਜੀ 16 ਘੰਟੇ ਜਿਹੜਾ ਇਹ ਕੰਮ ਕਰਦੇ ਨੇ ਤਸਵੀਰਾਂ ਇਸ ਵੇਲੇ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਤਾਂ ਜੀ ਚਾਕਲੇਟ ਸਟਾਈਲ ਦਾ ਮੈਨੂੰ ਲੱਗਦਾ ਜਿਵੇਂ ਚਾਕਲੇਟ ਪਿਘਲ ਗਿਆ ਹੋਵੇ ਬਿਲਕੁਲ ਚਾਕਲੇਟ ਹੀ ਸਟਾਈਲ ਹੈਗਾ ਇਹ ਠੀਕ ਹੈ ਨਾ ਚਾਕਲੇਟ ਕਿਉਂਕਿ ਕਾਰਨ ਆ ਇੱਕ ਤਾਂ ਸਭ ਤੋਂ ਵੱਡੀ ਗੱਲ ਦਿਮਾਗ 'ਚ ਹੁੰਦਾ ਨਾ ਵੀ ਮੈਂ ਟੈਬਲੇਟ ਖਾ ਰਿਹਾ ਨਹੀਂ ਇਹ ਚਾਕਲੇਟ ਹੈ ਅੱਛਾ ਤੁਸੀਂ ਉਸ ਮਾਨਸਿਕਤਾ ਦੇ ਉੱਤੇ ਵੀ ਕੰਮ ਕਰ ਰਹੇ ਹੋ ਬਿਲਕੁਲ ਬੰਦਾ ਬਿਮਾਰ ਕਿੱਥੇ ਆ ਸਭ ਤੋਂ ਵੱਡਾ ਬਿਮਾਰ ਮਾਨਸਿਕ ਤੌਰ ਤੇ ਬਿਮਾਰ ਹੁੰਦਾ ਮਾਨਸਿਕ ਤੌਰ ਤੇ ਹੀ ਸਾਰੀਆਂ ਪ੍ਰੋਬਲਮਾਂ ਆ ਰਹੀਆਂ ਜਿਹੜਾ ਬੰਦਾ ਮਾਨਸਿਕ ਤੌਰ ਤੇ ਸੈੱਟ ਹੈ ਪਲੇਅਰ ਦੇਖੋ ਤੁਸੀਂ ਦੇਖੋ ਖਾਸ ਕਰਕੇ ਪਲੇਅਰ ਉਹ ਮਾਨਸਿਕ ਤੌਰ ਤੇ ਸੈੱਟ ਹੈ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਆਪਾਂ ਕੀ ਹੁਣ ਤੁਸੀਂ ਆਪਾਂ ਕਿੰਨੇ ਕਿਲੋਮੀਟਰ ਚੱਲ ਕੇ ਆ ਗਏ ਆਪਾਂ ਪਰੇਸ਼ਾਨ ਹੋਵਾਂਗੇ ਥੋੜਾ ਭਰਾ ਤੁਹਾਨੂੰ ਕਹਿ ਵੀ ਰਿਹਾ ਸੀ ਕਿ ਲਿਆਓ ਜੀ ਮੈਂ ਗੱਡੀ ਡਰਾਈਵ ਕਰ ਲਾਂ ਪਰ ਗੱਡੀ ਤੁਸੀਂ ਲਗਾਤਾਰ ਆਪ ਹੀ ਨੱਪੀ ਜਾ ਰਹੇ ਹੋ ਕੋਈ ਦਿੱਕਤ ਨਹੀਂ ਆਉਂਦੀ ਮੈਂ ਤੁਹਾਨੂੰ ਉਹੀ ਕਹਿੰਦਾ ਫਿਜ਼ੀਕਲੀ ਫਿੱਟ ਤੁਸੀਂ ਸਭ ਕੁਝ ਹੈਗਾ ਇਨਸਾਨ ਸਾਡੇ ਬਜ਼ੁਰਗ 70 ਸਾਲ ਦੀ ਉਮਰ 'ਚ ਜਾ ਕੇ ਬੱਚਾ ਪੈਦਾ ਕਰਨ 'ਚ ਦਮ ਰੱਖਦੇ ਸੀ ਅਸੀਂ ਅੱਜ 15-16 ਸਾਲ ਦੀ ਉਮਰ 'ਚ ਕਹਿਣ ਲੱਗ ਪਏ ਵੀ ਮੈਂ ਨਾ ਮਰਦੀ ਵੱਲ ਚਲਾ ਗਿਆ ਨਹੀਂ ਹੈ ਕੁਛ ਨਾ ਡਰੋ ਯਾਰ ਕੁਛ ਨਹੀਂ ਹੈਗਾ ਐਵੇਂ ਨਾ ਫਸੇ ਰਹੋ ਜਾ ਕੇ ਬੈਦਾਂ ਦੇ ਪਿੱਛੇ ਕਿ ਉੱਥੇ ਵੱਡਾ ਬੋਰਡ ਕਰਕੇ ਲਾਤਾ ਆ ਕਿ ਇੰਨੇ ਦਿਨਾਂ 'ਚ ਠੀਕ ਹੋ ਨਹੀਂ ਤੁਸੀਂ ਮੈਂਟਲੀ ਤੌਰ ਤੇ ਠੀਕ ਹੋ ਜਾਓ ਠੀਕ ਆ ਤੁਸੀਂ ਠੀਕ ਹੈ ਨਾ ਇਹ ਦਵਾਈ ਸਿਰਫ ਉਹੀ ਚੀਜ਼ ਹੈ ਸਿਰਫ ਮੈਂਟਲੀ ਤੌਰ ਤੇ ਤੁਹਾਨੂੰ ਠੀਕ ਕਰ ਲੈਂਦੀ ਆ ਬੋਡੀ ਤੁਹਾਡੀ ਫਿੱਟ ਆ ਤਾਂ ਤੁਸੀਂ ਉੱਪਰ ਹੀ ਫਿੱਟ ਆ ਜੀ ਅੱਛਾ ਇੱਕ ਗੱਲ ਦੱਸੋ ਕਿ ਅੱਜ ਕੱਲ ਚਲੋ ਹੁਣ ਆਪਣੀ ਚਰਚਾ ਛਿੜੀ ਪਈ ਹੈ ਇਹ ਵੀ ਮੈਂ ਟੈਸਟ ਕਰਕੇ ਤੁਹਾਨੂੰ ਦਿਖਾਉਣ ਵਾਲਾ ਕਿ ਇਹ ਜਿਹੜਾ ਇੰਨਾ ਕੀ ਯੂਜ਼ ਕਰਦੇ ਹੋ ਜੀ ਬਹੁਤ ਲੱਗਦਾ ਜਿਵੇਂ ਮਤਲਬ ਮੱਕੀ ਦੇ ਦਾਣੇ ਜਿੰਨਾ ਰੋਜ਼ਾਨਾ ਯੂਜ਼ ਕਰਨਾ ਅੱਛਾ ਮੱਕੀ ਦੇ ਦਾਣੇ ਜਿੰਨਾ ਜੇ ਤੁਸੀਂ ਰੋਜ਼ਾਨਾ ਮੱਕੀ ਦੇ ਕਿਹੜੇ ਅੱਛਾ ਚਲੋ ਆਪਾਂ ਇੱਥੋਂ ਤਾਂ ਮਾਸ਼ਾਅੱਲਾ ਫਿੱਟ ਹੋ ਪੂਰੇ ਫਿੱਟ ਐਂਡ ਫਾਈਨ ਹੋ ਕਿਹੜੇ ਪ੍ਰੋਬਲਮਸ ਦੇ ਵਿੱਚ ਇਹ ਸਹਾਇਤਾ ਕਰੇਗੀ ਜਾਂ ਕਿਹੜੇ ਪ੍ਰੋਬਲਮਸ ਨੂੰ ਦੂਰ ਕਰਨ ਦੇ ਵਿੱਚ ਆਪਣਾ ਹੱਥ ਵਟਾਏਗੀ ਜਿਹੜਾ ਤੁਹਾਡਾ ਇਹ ਫਾਰਮੂਲਾ ਹੈਗਾ ਛੋਟੇ ਜਿਹੇ ਡੱਬੇ ਵਾਲਾ ਸਭ ਤੋਂ ਮੇਨ ਤਾਂ ਸੇਮ ਜਿਹੜਾ ਆਪਾਂ ਗੱਲ ਕਰਦੇ ਹਟੇ ਆ ਕਿ ਫਿਜ਼ੀਕਲੀ ਫਿੱਟ ਨਹੀਂ ਹੈਗੇ ਬੰਦੇ ਸੇਮ ਉੱਤੇ ਕੰਮ ਕਰ ਰਿਹਾ ਇਹ ਗ੍ਰਸਤੀ ਵਾਲੇ ਪਾਸੇ ਨੂੰ ਵੀ ਕਿਤੇ ਨਾ ਕਿਤੇ ਕੋਈ ਕੰਮ ਕਰੇਗਾ ਜੀ ਬਿਲਕੁਲ ਗ੍ਰਸਤੀ ਵਾਲੇ ਜਿਵੇਂ ਸਪਰਮ ਅਕਾਊਂਟ ਘਟ ਗਏ ਅੱਛਾ ਬੇਬੀ ਨਹੀਂ ਹੋ ਰਿਹਾ ਉਹ ਸਭ ਤੋਂ ਵੱਡੀ ਗੱਲ ਹੈ ਜਦੋਂ ਸਟ੍ਰੈਸ ਅੱਛਾ ਹੁਣ ਮੈਨੂੰ ਗੱਲ ਸਮਝ ਆਈ ਕਿ ਜਿਹੜੇ ਤੁਸੀਂ ਨੇਵਲ ਅੰਮ੍ਰਿਤ ਵਾਲੇ ਨਾਲ ਕੁਝ ਦਿੰਦੇ ਸੀਗੇ ਇਹ ਉਹੀ ਹੈ ਅੱਛਾ ਜਿਹੜੀ ਵੀ ਜਦੋਂ ਵੀ ਕਦੇ ਨੇਵਲ ਅੰਮ੍ਰਿਤ ਦਿੱਤੀ ਗਈ ਹੈ ਨਾ ਜਿਨ੍ਹਾਂ ਦੇ ਬੇਬੀ ਨਹੀਂ ਹੁੰਦਾ ਸੀ ਉਹਨਾਂ ਨੂੰ ਇਹ ਉਹ ਚੀਜ਼ ਹੈ ਅੱਛਾ ਠੀਕ ਹੈ ਨਾ ਕਿਉਂਕਿ ਜੈਂਟਸ ਦੀਆਂ ਪ੍ਰੋਬਲਮਾਂ ਜ਼ਿਆਦਾ ਹੁੰਦੀਆਂ ਲੇਡੀਜ਼ ਦੀਆਂ ਘੱਟ ਹੁੰਦੀਆਂ ਲੇਡੀਜ਼ ਨੂੰ ਜਿਹੜੀ ਪ੍ਰੋਬਲਮ ਉਹ ਨਾਰਮਲ ਤਾਂ ਹੀ ਜੋੜੇ ਜਵਾਕ ਤੁਸੀਂ ਜਿਹੜੇ ਮੈਨੂੰ ਲੱਗਦਾ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਜ਼ਰੀਆ ਬਣ ਰਹੇ ਨੇ ਮਾਲਕ ਦੀ ਕਿਰਪਾ ਇਹ ਉਹ ਮੈਡੀਸਨ ਹੈ ਭਾਜੀ ਇਹਨੂੰ ਮੈਡੀਸਨ ਦਾ ਰੂਪ ਨਹੀਂ ਸੀ ਦਿੱਤਾ ਉਸੇ ਹੁਣ ਇਹ ਮੈਡੀਸਨ ਦੇ ਰੂਪ 'ਚ ਅੱਜ ਇਹ ਗਵਰਨਮੈਂਟ ਆਫ ਇੰਡੀਆ ਤੋਂ ਰਜਿਸਟਰਡ ਹੈ ਠੀਕ ਹੈ ਜੀ ਆਪਣੀ ਆਯੂਸ਼ ਮੰਤਰਾਲੇ ਤੋਂ ਰਜਿਸਟਰਡ ਹੈ ਠੀਕ ਹੈ ਜੀ ਇਹਦੀ ਬਹੁਤ ਡਿਮਾਂਡ ਆ ਰਹੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਉਹਦੇ ਕਾਰਨ ਕਰਕੇ ਅਸੀਂ ਸੋਚਿਆ ਕਿ ਕਿਉਂ ਨਾ ਲੋਕਾਂ ਨੂੰ ਦਿੱਤਾ ਜਾਵੇ ਬਟ ਜੋ ਮੈਂ ਖਾਣਾ ਉਹੀ ਤੁਹਾਡੇ ਤੱਕ ਆਊਗਾ ਜੋ ਮੈਂ ਖਾਣਾ ਉਹੀ ਆ ਚਾਹੇ ਮੇਰੇ ਵਾਲੀ ਡੱਬੀ ਲੈ ਜਾਓ ਜੀ ਮੈਨੂੰ ਲੱਗਦਾ ਕਿ ਡੱਬੀ ਲੈ ਕੇ ਜਾਣੀ ਪੈਣੀ ਹੈ ਕਿਉਂਕਿ ਸਾਡੇ ਵੀ ਵੋਟਾਂ ਵੇਲੇ ਬੜਾ ਸਟ੍ਰੈਸ ਹੈ ਸਾਡਾ ਸਟ੍ਰੈਸ ਦੇ ਵਿੱਚੋਂ ਨਿਕਲ ਰਿਹਾ ਤੁਸੀਂ ਫਿੱਟ ਹੋ ਐਵੇਂ ਨਾ ਟੈਨਸ਼ਨ ਲਓ ਸੋ ਅਸੀਂ ਟੇਸਟ ਕਰਦੇ ਹਾਂ ਟੇਸਟ ਕਰਕੇ ਦੇਖਦੇ ਹਾਂ ਕਿ ਕਿਹੋ ਜਿਹਾ ਟੇਸਟ ਹੈ ਹਰਦੀਪ ਜੀ ਹੋਣਾ ਦਾ ਇਹ ਦਾਵਾ ਹੈ ਕਿ ਮੱਕੀ ਦੇ ਦਾਣੇ ਜਿੰਨੀ ਜੇਕਰ ਅਸੀਂ ਇਹਦੀ ਖੁਰਾਕ ਲੈਂਦੇ ਹਾਂ ਬਿਲਕੁਲ ਛੋਟੀ ਜਿਹੀ ਡੱਬੀ ਦੇ ਵਿੱਚ ਪਾਈ ਫਿਰਦੇ ਨੇ ਜਿਵੇਂ ਪਹਿਲਾਂ ਪਿਛਲੇ ਜ਼ਮਾਨੇ ਦੇ ਵਿੱਚ ਅਫੀਮ ਸਾਡੇ ਬਜ਼ੁਰਗ ਉਹ ਚਾਂਦੀ ਦੀ ਡੱਬੀ ਦੇ ਵਿੱਚ ਲੈ ਕੇ ਫਿਰਦੇ ਸੀ ਉਸੇ ਤਰੀਕੇ ਨਾਲ ਇਹ ਚਾਕਲੇਟ ਸਟਾਈਲ ਦੇ ਵਿੱਚ ਹੈ ਛੋਟੀ ਜਿਹੀ ਡੱਬੀ ਹੈ ਜਿਹਦੇ ਵਿੱਚ ਨਹੀਂ ਯੂਜ਼ ਕੀਤਾ ਅਸੀਂ ਟੇਸਟ ਕਰਕੇ ਦੇਖ ਲੈਂਦੇ ਹਾਂ ਕਿਹੋ ਜਿਹਾ ਟੇਸਟ ਹੈ ਤੁਹਾਨੂੰ ਜ਼ਰੂਰ ਦੱਸਦਾ ਮੈਂ ਬਿਲਕੁਲ ਚਾਕਲੇਟ ਸਟਾਈਲ ਦਾ ਜਿਹੜਾ ਹੈਗਾ ਵਿੱਚੋਂ ਬੜੀ ਭੁਰਭੁਰਾਟ ਬੜਾ ਟੇਸਟੀ ਚੀਜ਼ ਹੈ ਭਾਜੀ ਇੱਕ ਗੱਲ ਹੋਰ ਜਿਹੜਾ ਹਰਦੀਪ ਜੀ ਸਾਹਮਣੇ ਹੈ ਕਿ ਫਿਰ ਜਿਹੜੀਆਂ ਇਹ ਟੈਬਲੇਟ ਲੋਕ ਖਾਂਦੇ ਨੇ ਜਾਂ ਅਸੀਂ ਕਹਿ ਲਈਏ ਕਿ ਰਾਤ ਨੂੰ ਸੌਣ ਤੋਂ ਪਹਿਲਾਂ 2 ਘੰਟੇ ਪਹਿਲਾਂ ਕੋਈ ਦੁੱਧ ਨਾਲ ਕਹੀ ਜਾਂਦਾ ਕੋਈ ਪਾਣੀ ਨਾਲ ਕਹੀ ਜਾਂਦਾ ਕੋਈ ਕਿਸੇ ਨਾਲ ਕਹੀ ਜਾਂਦਾ ਸਾਰਿਆਂ ਦਾ ਤੋੜ ਹੈ ਭਾਜੀ ਬਿਲਕੁਲ ਮੈਂ ਹਰ ਵਾਰੀ ਗੱਲ ਕਰਦਾ ਹਾਂ ਕੁਦਰਤ ਦਾ ਖਜ਼ਾਨਾ ਇਹਦੇ ਵਿੱਚ ਕੁਦਰਤ ਦਾ ਖਜ਼ਾਨਾ ਕੈਦ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਠੀਕ ਹੈ ਨਾ ਕਿਉਂਕਿ ਕੁਦਰਤ ਦਾ ਖਜ਼ਾਨਾ ਹੀ ਤੁਹਾਨੂੰ ਅੱਗੇ ਲੈ ਕੇ ਜਾਂਦਾ ਸੋ ਅੱਜ ਅਸੀਂ ਇਸ ਚੀਜ਼ ਤੇ ਚਰਚਾ ਕਰ ਰਹੇ ਹਾਂ ਕਿ
ਕੀ ਚੀਜ਼ਾਂ ਉਹ ਕਿਹੜੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਕੰਮ ਕਰਦੇ ਆ ਸਾਡੀ ਬੋਡੀ ਤੇ। ਕੁਦਰਤ ਦੀ ਆਪਾਂ ਗੱਲ ਕਰਦੇ ਹਟੇ ਆ, ਪਿੱਪਲ ਦੇ ਥੱਲੇ ਬੈਠੇ ਆ, ਬੋਰਡ ਦੇ ਥੱਲੇ ਬੈਠੇ, ਤਰਵੈਣੀ ਬਣੀ ਹੋਈ। ਇਸੇ ਲਈ ਮੈਂ ਜ਼ਿਆਦਾਤਰ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿੱਥੇ ਕਿਤੇ ਪੀਪਲ ਹੈ, ਬੋਰਡ ਹੈ, ਇਦਾਂ ਦੇ ਦਰਖਤ ਨੇ, ਉਹਦੇ ਨੀਚੇ ਜ਼ਿਆਦਾ ਰਿਲੈਕਸ ਤੁਸੀਂ ਫੀਲ ਕਰਦੇ ਹੋ ਔਰ 50% ਜ਼ਿਆਦਾ ਆਕਸੀਜਨ ਲੈਵਲ ਤੁਹਾਡਾ ਬਹੁਤ ਵੱਧ ਜਾਂਦਾ ਬੋਡੀ ਦਾ। ਸੋ ਜਿੱਥੇ ਆਕਸੀਜਨ ਲੈਵਲ ਵੱਧ ਗਿਆ ਉੱਥੇ ਤੁਸੀਂ ਫਿਟਨੈਸ 'ਚ ਹੈਗੇ ਆ। ਸੋ ਜਿੱਦਾਂ ਤੁਸੀਂ ਸਵਾਲ ਕੀਤਾ ਸੀਗਾ ਕਿ ਮਤਲਬ ਬਹੁਤ ਸਾਰੇ ਲੋਕ ਕਹਿੰਦੇ ਦੁੱਧ ਨਾਲ ਲੈ ਲਓ, ਚਾਹ ਨਾਲ ਲੈ ਲਓ, ਬਈ ਲੈ ਲਓ, ਦੁੱਧ ਬਹੁਤ ਚੰਗੀ ਚੀਜ਼ ਆ, ਮੈਂ ਮਾੜੀ ਗੱਲ ਨਹੀਂ ਕਹਿੰਦਾ, ਬਟ ਇੱਕ ਚੀਜ਼ ਜ਼ਰੂਰ ਹੈ ਕਿ ਉਹਨੇ ਕੰਮ ਹੀ ਨਾ ਕੀਤਾ ਤਾਂ ਦੁੱਧ ਕੰਮ ਕਰੂਗਾ? ਕੈਪਸੂਲਾਂ ਦੇ ਨਾਲ ਇਦਾਂ ਕਦੇ ਹੋ ਸਕਦਾ? ਨਹੀਂ ਹੁੰਦਾ। ਸੋ ਆਪਣੀ ਡਾਈਟ ਨੂੰ ਥੋੜਾ ਚੇਂਜ ਕਰੋ। ਚਨੇ ਲਓ ਰੋਜ਼ਾਨਾ, ਚਨੇ ਭੇ ਲਓ, ਉਹਨੇ ਪੁੰਗਰ ਜਾਣੇ, ਜਦੋਂ ਪੁੰਗਰ ਗਿਆ ਚਨੇ ਉਹ ਤੁਸੀਂ ਲੈਣਾ ਸ਼ੁਰੂ ਕਰ ਦਿਓ, ਮਰਦਾਨਾ ਤਾਕਤ ਹੈ ਤੁਹਾਡੀ। ਕੁਛ ਵੈਸੇ ਤੁਸੀਂ ਇਹ ਜਿਹੜੇ ਸੀਨੀਅਰ ਤੁਹਾਡੇ ਮੈਂ ਦੇਖ ਰਿਹਾ ਸੀ, ਤੁਸੀਂ ਪੋਸਟਾਂ ਵੀ ਆਪਣੀ ਫੇਸਬੁੱਕ ਤੇ ਪਾਉਂਦੇ ਰਹਿੰਦੇ ਹੋ, ਸੀਨੀਅਰ ਵੈਦਾਂ ਨੂੰ, ਹਕੀਮਾਂ ਨੂੰ ਤੁਸੀਂ ਮਿਲਦੇ ਹੋ, ਇਹ ਫਿਰ ਫਾਰਮੂਲਾ ਤੁਹਾਨੂੰ ਕਿੱਥੋਂ ਮਿਲਿਆ? ਇਹ ਕਿਹੜੀ ਗੋਦ 'ਚੋਂ ਮਿਲਿਆ? ਕਿਹਨਾਂ ਕੋਲੋਂ ਮਿਲਿਆ? ਸਾਨੂੰ ਇਹ ਵੀ ਦੱਸ ਦਿਓ ਮਾੜਾ ਮੋਟਾ ਜੇ ਤੁਸੀਂ ਦੱਸ ਸਕਦੇ ਹੋ। ਬਿਲਕੁਲ, ਬਹੁਤ ਪੁਰਾਣੇ ਬਜ਼ੁਰਗ ਹੈਗੇ ਜੀ ਸਾਡੇ ਕੋਲ, ਜਿਨ੍ਹਾਂ ਤੋਂ ਸਾਨੂੰ ਹਰ ਵਾਰੀ ਆਉਂਦਾ ਨੇਵਲ ਅੰਮ੍ਰਿਤ ਵੀ ਇੱਦਾਂ ਹੀ ਨਿਕਲ ਕੇ ਆਇਆ ਸੀਗਾ, ਸੋ ਮਸਾਲਾ ਅੰਮ੍ਰਿਤ ਇੱਦਾਂ ਨਿਕਲ ਕੇ ਆਇਆ, ਹੁਣ ਇਹ ਨਿਕਲ ਕੇ ਆਇਆ। ਅਸੀਂ ਉਹਨਾਂ ਨਾਲ ਚਰਚਾ, ਮੇਰੀ ਆਦਤ ਹੈ ਮੈਂ ਸਿੱਖਣ ਦੀ ਕੋਸ਼ਿਸ਼ ਕਰਦਾ ਉਹਨਾਂ, ਜਦੋਂ ਕੋਈ ਬਜ਼ੁਰਗ ਹੋਵੇ ਉਹਨਾਂ ਕੋਲ ਸਿੱਖਣ ਦੀ ਕੋਸ਼ਿਸ਼ ਕਰਦਾ ਕਿ ਕੀ ਇਦਾਂ ਦੀ ਚੀਜ਼ ਆ। ਉਹਨਾਂ ਨੇ ਦੱਸੀ ਆਹ ਉਹ ਚੀਜ਼ਾਂ ਆ ਜਿਹੜੇ ਇਨਸਾਨ ਨੂੰ ਬੁੜੇ ਤੋਂ ਨੌਜਵਾਨ ਬਣਾ ਦਿੰਦੀਆਂ, ਆਹ ਉਹ ਚੀਜ਼ਾਂ। ਜਦੋਂ ਅਸੀਂ ਉਹਨਾਂ ਚੀਜ਼ਾਂ ਤੇ ਕੰਮ ਕੀਤਾ, ਸਾਡੇ ਡਾਕਟਰਸ ਜਿਹੜੇ BAMS ਡਾਕਟਰ, ਉਹਨਾਂ ਨੂੰ ਦੱਸਿਆ ਵੀ ਆਹ ਚੀਜ਼ਾਂ ਹੈਗੀਆਂ, ਕਰਕੇ ਦੇਖੀਏ, ਫਿਰ ਕੀਤਾ। ਤੁਸੀਂ ਆਪਣੇ ਤੇ ਅਪਣਾਇਆ? ਨੈਚੁਰਲੀ ਪਹਿਲਾਂ ਮੈਂ ਆਪਣੇ ਤੇ ਅਪਲਾਇਆ। ਮੈਂ ਕਦੇ ਵੀ ਮੈਡੀਸਨ ਕਿਸੇ ਤੇ ਅਪਲਾਈ ਨਹੀਂ ਕਰਦਾ, ਮੈਂ ਖੁਦ ਆਪਣੇ ਤੇ ਕਰਦਾ, ਆਪਣੀ ਫੈਮਿਲੀ ਤੇ ਕਰਦਾ। ਸੋ ਉਹੀ ਚੀਜ਼ ਨੂੰ ਅਸੀਂ ਡੱਬੀ 'ਚ ਬੰਦ ਕਰ ਲਿਆ। ਸੋ ਸਾਡੇ ਨਾਲ ਹਰਦੀਪ ਜੀ ਦੇ ਜਿਹੜੇ ਅਸੀਂ ਭਰਾ ਹੈਗੇ ਨੇ, ਹਰਜੀਤ ਜੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਤੁਹਾਨੂੰ ਫਾਰਮੂਲੇ ਦਾ ਪਤਾ ਜੀ? ਜੀ ਬਿਲਕੁਲ ਜੀ, ਜੋ ਤੁਹਾਨੂੰ ਹਰਦੀਪ ਜੀ ਨੇ ਦੱਸਿਆ ਆ ਉਹ ਬਿਲਕੁਲ ਸਹੀ ਹੈਗਾ। ਤੇ ਉਹ ਫਾਰਮੂਲੇ ਦਾ ਜਿਹੜਾ ਸ਼ੁਰੂਆਤ ਹੋਈ ਆ ਉਹ ਆਪਸੀ ਡਿਸਕਸ਼ਨ ਦੇ ਨਾਲ ਹੀ ਹੋਈ ਆ, ਕਿਉਂਕਿ ਨੇਵਲ ਅੰਮ੍ਰਿਤ ਦੀ ਜਿਹੜੀ ਟੀਮ ਹੈਗੀ ਆ ਜਾਂ ਸਾਡਾ ਜਿਹੜਾ ਮਿਸ਼ਨ ਹੈਗਾ ਆ ਉਹ ਇਹੀ ਆ ਕਿ ਹਰ ਬੰਦੇ ਨੂੰ ਆਪਾਂ ਕੁਦਰਤ ਦੇ ਨਾਲ ਜੋੜੀਏ ਤੇ ਉਹਨੂੰ ਕੁਦਰਤੀ ਤਰੀਕੇ ਦੇ ਨਾਲ ਉਹਨੂੰ ਠੀਕ ਰੱਖੀਏ। ਸੋ ਡਿਸਕਸ਼ਨ ਜਿਹੜੀ ਆ ਉਹ ਹਮੇਸ਼ਾ ਇਸ ਤਰ੍ਹਾਂ ਦੇ ਤੁਸੀਂ ਪ੍ਰੋਡਕਟ ਕਹਿ ਲਓ ਜਾਂ ਮੈਡੀਸਨ ਕਹਿ ਲਓ, ਉਹ ਸਾਡੀ ਆਪਸ ਦੇ ਵਿੱਚ ਚੱਲਦੀ ਰਹਿੰਦੀ ਆ। ਤੇ ਮਤਲਬ ਤੁਹਾਨੂੰ ਪ੍ਰਯੋਗਸ਼ਾਲਾ ਬਣਾਇਆ ਹੋਇਆ ਹਰਦੀਪ ਜੀ ਨੇ? ਜੀ ਤੁਸੀਂ ਇਹ ਕਹਿ ਸਕਦੇ ਆ ਜੀ, ਬਿਲਕੁਲ ਕਹਿ ਸਕਦੇ ਆ ਸਰ। ਅੱਛਾ, ਇੱਕ ਗੱਲ ਦੱਸੋ ਕਿ ਤੁਸੀਂ ਵੀ ਪਰਸਨਲ ਤੌਰ ਤੇ ਇਸਤੇਮਾਲ ਕਰਦੇ ਹੋ, ਜਿਵੇਂ ਕਿ ਤੁਸੀਂ ਹਰਦੀਪ ਜੀ ਨੇ ਦੱਸਿਆ ਕਿ ਪਹਿਲਾਂ ਉਹ ਆਪਣੇ ਪਰਿਵਾਰ ਦੇ ਉੱਤੇ, ਆਪਣੀ ਫੈਮਿਲੀ ਤੋਂ, ਤੁਸੀਂ ਵੱਡੇ ਹੋ ਛੋਟੇ ਹੋ ਹਰਦੀਪ ਜੀ? ਜੀ ਮੈਂ ਇਹਨਾਂ ਤੋਂ ਛੋਟਾ ਆ, ਪਰ ਲੱਗਦੇ ਇਹ ਮੇਰੇ ਤੋਂ ਛੋਟੇ ਆ। ਮੇਰਾ ਸਵਾਲ ਮੈਨੂੰ ਲੱਗਦਾ ਹਰਜੀਤ ਜੀ ਨੇ ਪਹਿਲਾਂ ਕੈਚ ਕਰ ਲਿਆ ਤੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਲੇਟ ਦਿੱਤਾ ਫਿਰ ਫਾਰਮੂਲਾ ਹੁਣ? ਜੀ ਥੋੜੀਆਂ ਗੱਲਾਂ ਮੇਰੇ ਤੋਂ ਲੁਕੋ ਜਾਂਦੇ ਆ ਜੀ, ਬਿਲਕੁਲ ਜੀ। ਪਰ ਇਹ ਆ ਕਿ ਇਹਨਾਂ ਦੀ ਮਿਹਨਤ ਕਾਫੀ ਆ, ਇਹ ਕਾਫੀ ਡੂੰਘਾਈ ਦੇ ਵਿੱਚ ਜਾ ਕੇ ਜਿਹੜੀ ਵੀ ਮੈਡੀਸਨ ਆ ਜਾਂ ਫਾਰਮੂਲੇਸ਼ਨ ਆ ਉਹਨੂੰ ਦੇਖਦੇ ਹੈਗੇ ਆ। ਤੇ ਵਾਕਈ ਅਸੀਂ ਵੀ ਯੂਜ਼ ਕਰਦੇ ਹਾਂ ਜੀ, ਕਿਉਂਕਿ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਜਿਹੜੀ ਵੀ ਮੈਡੀਸਨ ਜਦੋਂ ਮਾਰਕੀਟ ਦੇ ਵਿੱਚ ਉਤਾਰੀ ਜਾਂਦੀ ਆ ਤਾਂ ਉਹਨੂੰ ਮੈਕਸਿਮਮ ਜਿਹੜਾ ਜਾਨਵਰਾਂ 'ਤੇ ਉਹਨੂੰ ਪ੍ਰਯੋਗ ਕੀਤਾ ਜਾਂਦਾ ਆ। ਬਟ ਸਾਡੀ ਉਹ ਜਿਹੜੀ ਰਣਨੀਤੀ ਉਹ ਨਹੀਂ ਹੈਗੀ। ਅਸੀਂ ਸਾਡੀ ਜਿਹੜੀ ਨੇਵਲ ਅੰਮ੍ਰਿਤ ਆਈ ਆ ਜਾਂ ਸਾਡਾ ਪਾਚਕ ਅੰਮ੍ਰਿਤ ਹੈਗਾ ਜਾਂ ਸਾਡਾ ਮਸਾਲਾ ਅੰਮ੍ਰਿਤ ਆ, ਤੇ ਹੁਣ ਰੋਚੋ ਦੀ ਹਰਦੀਪ ਜੀ ਨੇ ਗੱਲ ਕੀਤੀ ਆ, ਇਹ ਜਿਹੜੀਆਂ ਮੈਡੀਸਨਸ ਹੈਗੀਆਂ ਇਹ ਪਹਿਲਾਂ ਅਸੀਂ ਖੁਦ ਇਸਤੇਮਾਲ ਕਰਦੇ ਹਾਂ, ਆਪਣੇ ਬਜ਼ੁਰਗਾਂ ਤੋਂ ਸਿੱਖ ਕੇ, ਉਹਨਾਂ ਤੋਂ ਸਿੱਖ ਕੇ ਬਣਾ ਕੇ। ਇੱਕ ਸਾਡੇ ਸਰੀਰ ਤੇ ਇਹਨਾਂ ਦਾ ਕੀ ਰਿਐਕਸ਼ਨ ਹੁੰਦਾ ਉਹ ਅਸੀਂ ਖੁਦ ਦੇਖਦੇ ਹਾਂ ਜੀ ਪਹਿਲਾਂ। ਸੋ ਆਹ ਤਸਵੀਰਾਂ ਨੇ, ਇਹ ਦੋ ਭਰਾ ਨੇ ਜਿਹੜੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹ ਵੱਡੇ ਭਰਾ ਨੇ ਹਰਦੀਪ ਜੀ ਤੇ ਹਰਜੀਤ ਜੀ ਛੋਟੇ ਭਰਾ ਨੇ। ਤੁਸੀਂ ਖੁਦ ਅੰਦਾਜ਼ਾ ਲਾਓ ਕਿ ਇਹਨਾਂ ਵਿੱਚੋਂ ਕੌਣ ਛੋਟਾ ਤੇ ਕੌਣ ਵੱਡਾ ਲੱਗਦਾ ਹੈ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਇਹ ਹਰਜੀਤ ਜੀ ਨੇ ਜਿਹੜੇ ਛੋਟੇ ਭਰਾ ਨੇ ਹਰਦੀਪ ਜੀ ਦੇ, ਤੇ ਇਹ ਸਾਡੇ ਹਰਦੀਪ ਜੀ ਨੇ। ਹਸੂ ਹਸੂ ਕਰਦੇ ਚਿਹਰਾ, ਹਮੇਸ਼ਾ ਹੀ ਸਾਡੀ ਡਿਸਕਸ਼ਨ ਚੱਲ ਰਹੀ ਸੀ, ਬੜੀ ਵਧੀਆ ਗੱਲ ਨਿਕਲ ਕੇ ਆਈ ਹੈ। ਤੇ ਹਰਦੀਪ ਜੀ, ਫਿਰ ਜਿਹੜੇ ਲੋਕ ਅਸੀਂ ਕਹਿ ਲਈਏ ਕਿ ਮੁੰਡੇ ਕੁੜੀਆਂ ਗਲਤ ਰਾਹ ਤੇ ਕੁਰਾਹੇ ਤੇ ਪਏ ਹੋਏ ਨੇ, ਬੜੀ ਸਟਿਕਤਾ ਨਾਲ ਤੁਸੀਂ ਗੱਲਬਾਤ ਅੱਜ ਰੱਖੀ ਆ ਆਪਣੀ ਇੱਥੇ, ਕਿਉਂਕਿ ਮਾਹੌਲ ਇਦਾਂ ਦਾ ਬਣ ਗਿਆ ਸੀ ਗੱਲਬਾਤ ਕਰਦੇ, ਤਾਂ ਹੀ ਅਸੀਂ ਇੱਥੇ ਬੈਠੇ ਹਾਂ। ਉਹਨਾਂ ਨੂੰ ਕੀ ਕਹੋਗੇ? ਬੜੇ ਪਰੇਸ਼ਾਨ ਨੇ, ਇੱਥੋਂ ਤੱਕ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਮੈਨੂੰ ਫੋਨ ਆਉਂਦੇ ਨੇ ਕਿ ਜੀ ਮੈਂ ਆਪਣੀ ਮਾਂ ਤੋਂ ਚੋਰੀ ਗਹਿਣੇ ਰੱਖ ਕੇ, ਆਪਣੀ ਘਰਵਾਲੀ ਦੇ ਗਹਿਣੇ ਰੱਖ ਕੇ ਜਿਹੜੇ ਮਹਿੰਗੀਆਂ ਮੈਡੀਸਨ, ਮਹਿੰਗੇ ਪ੍ਰੋਡਕਟ ਜਿਹੜੇ ਉਹ ਖਾਦੇ ਨੇ, ਪਰ ਫਰਕ ਕੋਈ ਨਹੀਂ ਪੈਂਦਾ। ਕੁਦਰਤ 'ਚ ਕੋਈ ਵੀ ਚੀਜ਼ ਮਹਿੰਗੀ ਨਹੀਂ ਹੈਗੀ। ਕੁਦਰਤ ਵਿੱਚ ਕੋਈ ਵੀ ਚੀਜ਼ ਮਹਿੰਗੀ ਨਹੀਂ ਹੈਗੀ। ਅਸੀਂ ਪੈਸਾ ਵੇਸਟ ਕਰਨਾ ਤਾਂ ਜਿੰਨਾ ਮਰਜ਼ੀ ਕਰ ਲਈਏ, ਸੋਨੇ ਚਾਂਦੀ ਲੈ ਲਈਏ, ਜੋ ਮਰਜ਼ੀ ਕਰ ਲਈਏ, ਹੀਰੇ ਭਸਮ ਕਰ ਲਈਏ, ਜੋ ਮਰਜ਼ੀ ਕਰ ਲਈਏ,
ਨਹੀਂ ਹੈਗਾ। ਹੀਰੇ ਕਿੱਥੇ ਆ ਇੰਡੀਆ ਦੇ ਵਿੱਚ ਜਿਹੜੀ ਭਸਮਾਂ ਦਾ ਖਾਲੀ ਜਾਂਦੇ ਆ? ਹੀਰੇ ਤਾਂ ਪਾਉਣ ਨੂੰ ਨਹੀਂ ਮਿਲਦੇ, ਤਾਂ ਅਸੀਂ ਭਸਮ ਕਰਕੇ ਖਾ ਲਾਂਗੇ। ਬੇਵਕੂਫ ਬਣਾਇਆ ਜਾ ਰਿਹਾ ਕਿਤੇ। ਅੱਛਾ ਇੱਕ ਗੱਲ ਹੋਰ, ਫਿਰ ਜਿਹੜਾ ਤੁਸੀਂ ਯੂਜ਼ ਕਿਵੇਂ ਕਰਦੇ ਹੋ ਇਹਨੂੰ, ਜਾਂ ਜਿਹੜੇ ਲੋਕ ਤੁਹਾਡੇ ਕੋਲੋਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇਹਨੂੰ ਲਾਂਚ ਕਰ ਦਿੱਤਾ ਹੈ, ਦੱਸ ਦਿੱਤਾ ਹੈ, ਤੁਸੀਂ ਬਾਜ਼ਾਰ 'ਚ ਉਤਾਰ ਦਿੱਤੀ ਹੈ ਇਹ ਚੀਜ਼, ਯੂਜ਼ ਕਿਵੇਂ ਕਰਦੇ ਹੋ ਫਿਰ ਇਹਨੂੰ? ਦੇਖੋ ਇਹਦੀ ਯੂਜ਼ਿੰਗ ਕੀ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਇਸ ਤਰੀਕੇ ਨਾਲ ਆਪਾਂ ਲੈ ਲਈ ਮੈਡੀਸਨ, ਲੈ ਲਈ, ਠੀਕ ਹੈ ਜੀ। ਸ਼ਾਮ ਨੂੰ 5-6 ਵਜੇ ਇਸ ਤਰੀਕੇ ਨਾਲ ਤੁਸੀਂ ਲੈ ਲਓ, ਖਾ ਲਓ। ਲੈਣ ਤੋਂ ਬਾਅਦ ਕੀ ਹੋਣਾ, ਨਾਲ ਦੁੱਧ ਪੀ ਲਓ। ਦੁੱਧ ਜ਼ਰੂਰੀ ਨਹੀਂ ਕੋਈ ਵੀ ਹੋਵੇ, ਇਹ ਨਹੀਂ ਵੀ ਗਾਂ ਦਾ ਹੀ ਪੀਣਾ ਜਾਂ ਮੱਝ ਦਾ ਪੀਣਾ। ਉਹ ਕਿਉਂ ਆ, ਇੱਕ ਮੈਂਟਲੀ ਤੌਰ ਤੇ, ਅਦਰਵਾਈਜ਼ ਕੋਈ ਇਸ਼ੂ ਨਹੀਂ ਹੈਗਾ। ਅਗਲਾ ਕਹਿੰਦਾ ਦੁੱਧ ਪੀਤਾ ਹੋਇਆ, ਦੁੱਧ ਪੀਤਾ ਹੋਇਆ ਹੈ ਨਾ। ਸੋ ਜਦੋਂ ਅਸੀਂ ਉਹਨੂੰ ਲੈਂਦੇ ਹਾਂ, ਉਹ ਸਾਡੀ ਬੋਡੀ 'ਚ એનર્ਜੀ ਬਣਨ ਲੱਗ ਪੈਂਦੀ ਹੈ। ਇਹ ਕੋਈ ਇਹ ਨਹੀਂ ਕਿ ਪੱਕੀ ਆ ਵੀ ਅਸੀਂ ਪੱਕੀ ਮੈਡੀਸਨ ਲੱਗ ਗਈ ਜੀ ਸਾਨੂੰ, ਨਹੀਂ। ਤੁਸੀਂ ਲਗਾਤਾਰ 1 ਮਹੀਨਾ ਯੂਜ਼ ਕਰ ਲਓ, ਲੋੜ ਨਹੀਂ, ਮੁੜ ਕੇ ਲੋੜ ਨਹੀਂ ਹੈਗੀ। ਬਟ ਮੇਰੀ ਕੰਟੀਨਿਊ ਆ, ਮੇਰੀ ਕੰਟੀਨਿਊ। ਸਟ੍ਰੈਸ ਔਰ ਕਮ ਜ਼ਿਆਦਾ, ਹਾਂ ਜਿਹੜੇ ਸਟ੍ਰੈਸ ਹੈਗਾ, ਦੇਖੋ ਆਪਣੀ, ਮੈਂ ਕਹਿੰਦਾ ਦਿਨ ਦਾ 50-55 ਰੁਪਏ ਦਾ ਖਰਚਾ ਸਾਰਾ ਆਪਣੇ ਲਈ। ਕਿੰਨੇ ਜੀ? 50-55 ਰੁਪਏ ਦਾ ਆਪਣੇ ਲਈ ਖਰਚਾ ਦਿਨ ਦਾ। ਨਹੀਂ ਅਸੀਂ ਤਾਂ 5-5 ਹਜ਼ਾਰ ਦੀਆਂ ਜਿਹੜੀਆਂ ਮੈਡੀਸਨ ਖਾ ਲੈਂਦੇ ਆ ਕਿ ਸਾਡਾ ਜਿਹੜਾ ਸਿਸਟਮ ਹੈਗਾ, ਅਸੀਂ ਫਿਜ਼ੀਕਲ ਤੌਰ ਦੇ ਉੱਤੇ ਠੀਕ ਰਹੀਏ। ਫਿਜ਼ੀਕਲੀ ਮੈਂ ਉਹੀ ਦੱਸਾਂ ਨਾ, ਸਾਡੇ ਮੈਂਟਲੀ ਤੌਰ ਤੇ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ। ਡਾਕਟਰ ਨੂੰ ਪੈਸਾ ਕਿੱਥੋਂ ਆਊਗਾ, ਵੈਦ ਨੂੰ ਪੈਸਾ ਕਿੱਥੋਂ ਆਊਗਾ ਜੇ ਉਹ ਡਰਾਊਗਾ ਨਹੀਂ। ਡਰਨ ਵਾਲੀ ਕੋਈ ਲੋੜ ਹੀ ਨਹੀਂ ਹੈਗੀ। ਡਰਨ ਦੇ ਨਾਲ ਕੀ ਹੋ ਜਾਣਾ, ਜਦੋਂ ਤੁਸੀਂ ਡਰ ਗਏ ਨਾ, ਮੰਨ ਲਓ ਕਿਸੇ ਵੀ ਚੀਜ਼ ਤੁਸੀਂ ਡਰ ਗਏ, ਉੱਤੇ ਤੁਸੀਂ ਪੈਸਾ ਲਾਉਣਾ ਸ਼ੁਰੂ ਕਰ ਦਿੰਦੇ ਆ ਕਿ ਯਾਰ ਮੈਂ ਠੀਕ ਹੋ ਜਾਵਾਂ। ਮੈਂ ਕਈ ਮੁੰਡੇ ਕੁੜੀਆਂ ਇਦਾਂ ਦੇ ਆ ਕਿ ਮੈਂ ਵਿਆਹ ਨਹੀਂ ਕਰਾਉਣਾ। ਉਹ ਕਿਉਂ ਨਹੀਂ ਕਰਾਉਣਾ ਚਾਹੁੰਦੇ, ਪਤਾ ਕਿਉਂ? ਕਾਰਨ ਉਹਦੇ ਦਿਮਾਗ 'ਚ ਇੱਕ ਚੀਜ਼ ਹੈ, ਮੈਂ ਫਿਜ਼ੀਕਲੀ ਫਿੱਟ ਹੀ ਨਹੀਂ ਹੈਗਾ, ਮੈਂ ਆਪਣੀ ਵਾਈਫ ਕੋਲ ਕਿੱਦਾਂ ਜਾਊਂਗਾ। ਉਹ ਸਾਰੀਆਂ ਚੀਜ਼ਾਂ ਇਹ ਵਿੱਚ ਆ ਜਾਂਦੀਆਂ। ਬਟ ਇਦਾਂ ਦੀ ਕੁਝ ਵੀ ਚੀਜ਼ ਨਹੀਂ ਹੈਗੀ। ਐਵੇਂ ਪੈਸਾ ਵੇਸਟ ਨਾ ਕਰੋ, ਕੋਈ ਫਾਇਦਾ ਨਹੀਂ ਹੈਗਾ, ਠੀਕ ਹੈ ਨਾ। ਜਦੋਂ ਅਸੀਂ ਪੈਸਾ ਵੇਸਟ ਕਰ ਲੈਂਦੇ ਹਾਂ, ਉਹ ਹੋਰ ਪਰੇਸ਼ਾਨੀ ਹੋ ਜਾਂਦੀ ਸਾਨੂੰ, ਕਿਉਂਕਿ ਜਿਹੜੇ ਜੇਬ 'ਚ ਪੈਸੇ ਹੁੰਦੇ ਆ ਉਹ ਵੀ ਲੱਗ ਜਾਂਦੇ, ਫਿਰ ਘਰੋਂ ਗਾਲਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ। ਇੱਕ ਬਹੁਤ ਵੱਡਾ ਸਵਾਲ ਇੱਥੇ ਹਰਦੀਪ ਜੀ, ਮੈਨੂੰ ਲੱਗਦਾ ਹੈ ਕਿ ਕਿਉਂਕਿ ਜਿਹੜੀ ਗ੍ਰਸਤ ਵਾਲੇ ਪਾਸਿਓਂ ਹੈਗੀ ਹੈ, ਇਹ ਹਰੇਕ ਦੀ ਜ਼ਰੂਰਤ ਹੈ। ਪਰਮਾਤਮਾ ਨੇ ਜਿਸ ਨੂੰ ਤਨ ਲਾਇਆ ਤੇ ਉਹਦੀ ਜ਼ਰੂਰਤ ਬਣਾਈ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਸਾਡੀਆਂ ਭੈਣਾਂ, ਮੈਂ ਬੜੀ ਇੱਜ਼ਤ ਇਹਤਰਾਮ ਦੇ ਨਾਲ ਇਹ ਗੱਲ ਕਰਨੀ ਚਾਹੁੰਦਾ ਕਿ ਉਹ ਸਾਰੀ ਜ਼ਿੰਦਗੀ ਉਸੇ ਤਰੀਕੇ ਨਾਲ ਕੱਢ ਦਿੰਦੀਆਂ ਨੇ। ਜੋ ਕਦੇ ਨਾ ਕਿਸੇ ਨੂੰ ਕੋਈ ਪ੍ਰੋਬਲਮ, ਕੋਈ ਦਿੱਕਤ ਹੁੰਦੀ ਹੈ, ਉਹਨਾਂ ਨੂੰ ਵੀ ਫਿਰ ਜਿਹੜੀ ਹੈ ਅਸੀਂ ਕਿਸੇ ਤਰੀਕੇ ਨਾਲ ਉਹ ਸੰਗਦੀਆਂ ਵੀ ਨੇ ਆਪਣੇ ਘਰਦਿਆਂ ਤੋਂ, ਤੇ ਉਹ ਚਾਹੁੰਦੀਆਂ ਨੇ ਕਿ ਇਹਨਾਂ ਦਾ ਇਲਾਜ ਵੀ ਹੋ ਜੇ ਅੰਦਰ ਖਾਤੇ। ਉਹ ਵੀ ਬਹੁਤ ਸਾਰੀਆਂ ਸਾਡੀਆਂ ਭੈਣਾਂ ਹੈਗੀਆਂ ਜਿਹੜੀ ਸਾਰੀ ਉਮਰ ਇਸੇ ਤਰੀਕੇ ਨਾਲ ਕੱਢਦੇ ਨੇ। ਉਹਨਾਂ ਨੂੰ ਉਹ ਕਿਵੇਂ ਇਸ ਨੂੰ ਤੁਹਾਡੇ ਕੋਲੋਂ ਕਰ ਸਕਦੇ ਨੇ, ਜਾਂ ਤੁਹਾਡੇ ਕੋਲੋਂ ਉਹ ਫਿਰ ਬਗੈਰ ਦੱਸੇ ਆਪਣੇ ਘਰਦਿਆਂ ਨੂੰ ਥੋੜਾ ਬਹੁਤ ਕਿਸੇ ਚੀਜ਼ 'ਚ ਮਿਕਸ ਕਰਕੇ ਜਾਂ ਕੁਝ ਹੋਰ ਹੋ ਸਕਦਾ ਹੈ? ਹਾਂ ਬਿਲਕੁਲ। ਜਿੱਦਾਂ ਤੁਸੀਂ ਮੰਨ ਲਓ ਦੁੱਧ ਹੀ ਬਣਾਉਣੇ ਆ, ਦੁੱਧ ਦੇ ਵਿੱਚ ਉਹਨਾਂ ਦੇ ਪਾ ਦਿਓ। ਇਹ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਦੁੱਧ ਇੱਕ ਤੁਹਾਡਾ ਮੈਂਟਲੀ ਤੌਰ ਤੇ ਸੈੱਟ ਕਰਨੇ ਨੇ। ਤੁਸੀਂ ਦੁੱਧ ਪਿਲਾ ਰਹੇ ਆ, ਦੁੱਧ ਦੇ ਵਿੱਚ ਇੰਨੀ ਕੁ ਪਾ ਕੇ ਦੇ ਦਿਓ, ਸਾਰਾ ਦਿਨ ਮਤਲਬ ਸੈੱਟ ਹੋ ਜਾਣੇ ਆ। ਜਦੋਂ ਫਿਰ ਦੇਖੋ ਡਿਵੋਰਸ ਹੋਣ ਦੇ ਕਾਰਨ ਕੀ ਆ, ਸਾਡੀ ਕਿਤੇ ਨਾ ਕਿਤੇ ਜਿਹੜੀ ਨੋਕ ਝੋਕ ਆ ਵੱਧਦੀ ਇਸ ਲੈਵਲ ਤੇ ਚਲੇ ਜਾਂਦੀ ਆ। ਉਹਦਾ ਪਿਛਲਾ ਪਾਰਟ ਉਦੋਂ ਸਮਝ ਲੱਗਦਾ ਜਦੋਂ ਵੂਮਨ ਸੈੱਲ 'ਚ ਜਾਂਦੇ ਆ। ਫਿਰ ਉੱਥੇ ਜਾ ਕੇ ਲੜਕੀ ਪਤਾ ਕੀ ਕਹਿੰਦੀ ਆ ਕਿ ਇਹਦੇ ਪੱਲੇ ਕੱਖ ਨਹੀਂ ਹੈਗਾ। ਜੇਕਰ ਉਹੀ ਭੈਣ ਮੇਰੀ ਉਸ ਬੰਦੇ ਦਾ ਇਲਾਜ ਕਰਾ ਲੈਂਦੀ ਤਾਂ ਮੇਰੇ ਖਿਆਲ, ਕਈ ਵਾਰ ਸੰਗ ਵੀ ਜਾਂਦੀਆਂ ਨੇ ਸਾਡੀਆਂ ਨਾ, ਬੜੀਆਂ ਸ਼ਰਮ ਵਾਲੀਆਂ ਨੇ। ਹੋਰ ਚੀਜ਼ਾਂ ਤੇ ਸ਼ਰਮ ਨਹੀਂ ਕਰਦੇ ਅਸੀਂ, ਕੱਪੜੇ ਪਾਉਣ ਲੱਗੇ ਤਾਂ ਸ਼ਰਮ ਨਹੀਂ ਕਰਦੇ। ਜੇ ਉਹ ਚੀਜ਼ਾਂ ਸ਼ਰਮ, ਇਹ ਤਾਂ ਸਾਡੀ ਬੋਡੀ ਦੀ ਨੀਡ ਹੈ ਨਾ, ਇਹ ਤਾਂ ਸਾਡੀ ਖੁਰਾਕ ਆ। ਜੇ ਰੋਟੀ ਖਾਣ ਲੱਗੇ ਕਿਉਂ ਨਹੀਂ ਸ਼ਰਮ ਕਰਦੇ? ਫਿਰ ਨਹੀਂ ਕਰਨੇ। ਇਹ ਚੀਜ਼ ਸਾਡੀ ਪ੍ਰੋਬਲਮ ਸੀਗੀ, ਪ੍ਰੋਬਲਮ ਨੂੰ ਅਸੀਂ ਦੂਰ ਕਰਨਾ ਆ। ਮੰਨ ਲਓ ਮੈਂ ਬਿਮਾਰ ਹੋ ਜਾਂਦਾ, ਮੇਰੀ ਵਾਈਫ ਮੈਨੂੰ ਕੀ ਟੈਬਲੇਟ ਨਾ ਦਊਗੀ, ਮੈਨੂੰ ਪੈਰਾਸੀਟਾਮੋਲ ਨਹੀਂ ਦਊਗੀ, ਮੈਨੂੰ ਕਿਸੇ ਹਸਪੀਟਲ 'ਚ ਲੈ ਕੇ ਨਹੀਂ ਜਾਊਗੀ। ਇਹ ਵੀ ਤਾਂ ਇੱਕ ਪ੍ਰੋਬਲਮ ਆ। ਇਹ ਵੀ ਤਾਂ ਬਹੁਤ ਗੰਭੀਰਤਾ ਨਾਲ ਲੈ ਜਾਂਦੇ ਨੇ ਭਾਜੀ। ਇਹੀ ਸਾਡੀ ਤਰਾਸਦੀ ਰਹੀ ਆ, ਇੱਥੇ ਦੀ ਭਾਰਤ ਦੀ ਇਹੀ ਤਰਾਸਦੀ ਰਹੀ ਆ ਕਿ ਅਸੀਂ ਇਸ ਚੀਜ਼ ਨੂੰ ਕਦੇ ਵੀ ਬਿਮਾਰੀ ਨਹੀਂ ਸਮਝੀ। ਅਸੀਂ ਉਸ ਇਨਸਾਨ ਨੂੰ ਮੈਂਟਲੀ ਤੌਰ ਤੇ ਪਰੇਸ਼ਾਨ ਕਰ ਦਿੱਤਾ ਕਿ ਤੂੰ ਨਾ ਮਰਦਾ। ਬਟ ਕੀ ਨਾ ਮਰਦ ਨਹੀਂ ਸੀ, ਕਿਉਂ ਜੰਮਦਾ ਨਾ ਮਰਦ ਸੀ। ਗਲਤੀਆਂ ਹੋ ਗਈਆਂ, ਗਲਤੀਆਂ ਨੂੰ ਸੁਧਾਰਿਆ ਜਾ ਸਕਦਾ ਆ। ਸੋ ਐਡੀ ਕੋਈ ਇਸ਼ੂ ਨਹੀਂ ਹੈਗਾ। ਜੀ ਬਹੁਤ ਬਹੁਤ ਸ਼ੁਕਰੀਆ ਹਰਦੀਪ ਜੀ ਤੁਹਾਡੀ ਸਾਰੀ ਗੱਲ ਕਰਨ ਦੇ ਲਈ, ਤੇ ਇਹ ਆਪਣਾ ਫਾਰਮੂਲਾ ਰਿਵੀਲ ਕਰਨ ਵਾਸਤੇ ਬੜੀ ਛੋਟੀ ਜਿਹੀ ਡੱਬੀ ਤੁਸੀਂ ਲਗਾਈ ਹੈ। ਪ੍ਰਾਈਵੇਸੀ ਵੀ ਰੱਖਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਲੱਗਦਾ। ਹਾਂਜੀ ਭਾਜੀ ਦੇਖੋ ਪ੍ਰਾਈਵੇਸੀ, ਹੁਣ ਮੰਨ ਲਓ ਇੰਨੀ ਚੀਜ਼ ਹੈ, ਮੈਂ ਜੇਬ 'ਚ ਵੀ ਪਾ ਲਈ। ਹੁਣ ਤੁਹਾਨੂੰ ਪਤਾ ਨਹੀਂ ਸੀ ਮੇਰੀ ਜੇਬ 'ਚ ਕੀ ਆ, ਮੈਂ ਜੇਬ 'ਚੋਂ ਗੱਡੀ ਮੈਂ ਲੈ ਲਈ। ਕਿਸੇ ਨੂੰ ਕੀ ਪਤਾ ਮੈਂ ਚਾਕਲੇਟ ਖਾਧਾ ਕਿ ਕੀ ਖਾਧਾ, ਕਿ ਮੈਡੀਸਨ ਲਈ ਆ ਕਿ ਚਾਕਲੇਟ ਖਾਧਾ। ਬਸ
ਹੁਣ ਜੇ ਮੰਨ ਲਓ ਤੁਸੀਂ ਕਹਿੰਦੇ ਯਾਰ ਖਾ ਲਾ ਚਾਕਲੇਟ ਲੈ ਲੈ ਯਾਰ ਤੂੰ ਵੀ ਕੋਈ ਗੱਲ ਨਹੀਂ, ਅਗਲੇ ਲਈ ਚਾਕਲੇਟ ਹੀ ਹੈ ਨਾ, ਦਟ ਤੁਸੀਂ ਆਪਣੀ ਮੈਡੀਸਨ ਲੈ ਰਹੇ ਹੋ। ਜੀ ਜੀ ਬਹੁਤ ਵਾਰ ਮੈਂ ਦੇਖਿਆ ਕਿ ਤੁਹਾਡੀ ਵੀਡੀਓਜ਼ ਜਿਹੜੀਆਂ ਨੇ ਬੜੀਆਂ ਬਹੁਤ ਲੋਕਾਂ ਦੇ ਵਿੱਚ ਪਾਪੂਲਰ ਹੁੰਦੀਆਂ ਨੇ, ਪਰ ਉਹਨਾਂ ਦੇ ਵਿੱਚ ਕੁਝ ਕੁ ਲੋਕ ਨੇ ਜਿਹੜੇ ਆਪਣੀ ਜਾਂਦੇ ਜਾਂਦੇ ਐਡਵਰਟਾਈਜ਼ਮੈਂਟ ਕਰ ਜਾਂਦੇ ਨੇ। ਸਾਡਾ ਮਕਸਦ ਤੁਹਾਡੇ ਨਾਲ ਗੱਲਬਾਤ ਕਰਕੇ ਐਡਵਰਟਾਈਜ਼ਮੈਂਟ ਕਰਨਾ ਕਤਈ ਨਹੀਂ ਹੈ, ਔਰ ਨਾ ਹੀ ਕਦੇ ਅਸੀਂ ਇਹ ਸੋਚਿਆ, ਕਿਉਂਕਿ ਲੋਕ ਕਹਿ ਰਹੇ ਹੁੰਦੇ ਨੇ ਤਾਂ ਕਰਕੇ ਮੈਂ ਨੰਬਰ ਜਿਹੜਾ ਉਹ ਪ੍ਰੋਵਾਈਡ ਕਰਾ ਦਿੰਦਾ। ਤੁਸੀਂ ਮੈਨੂੰ ਬਹੁਤ ਜ਼ਿਆਦਾ ਫੋਰਸ ਕੀਤਾ ਕਿ ਨੰਬਰ ਜ਼ਰੂਰ ਦਿਆ ਕਰੋ, ਤਾਂ ਇਸ ਕਰਕੇ ਅਸੀਂ ਨੰਬਰ ਦੇ ਦਿੰਦੇ ਹਾਂ। ਤੇ ਫਿਰ ਉਹ ਕਮੈਂਟ ਵਾਲਿਆਂ ਨੂੰ ਕਦੇ ਰਾਬਤਾ ਕੀਤਾ ਤੁਸੀਂ? ਦੇਖੋ ਇਹ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਕਮੈਂਟ ਕਰਦੇ ਆ ਕਿ ਯਾਰ ਕਿਉਂ ਲਾਈਫ ਨਾਲ ਖੇਡ ਰਹੇ ਹੋ, ਲੋਕਾਂ ਦੀ ਪਤਾ ਨਹੀਂ ਕੀ ਬਣਾ ਕੇ ਦੇ ਰਹੇ ਆ। ਦੇਖੋ ਜਿਹੜੀ ਨੇਵਲ ਅਮਰਿਤ ਦੀ ਟੀਮ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਹੁੰਦੀ ਜਿਹੜੀ ਥੱਲੇ ਕਮੈਂਟ ਵਿੱਚ ਨੰਬਰ ਪਾ ਰਹੇ ਆ, ਉਹਦੀ ਸਾਡੀ 1% ਵੀ ਉਹਦੀ ਰਿਸਪੌਂਸਿਬਿਲਟੀ ਨਹੀਂ। ਤੁਸੀਂ ਸਾਡੇ ਆਫਿਸ ਦੇ ਨੰਬਰ ਹੈਗੇ ਆ, ਉੱਥੇ ਕੰਟੈਕਟ ਕਰੋ, ਠੀਕ ਹੈ, ਨੰਬਰ ਤੁਹਾਨੂੰ ਦੇ ਦਿੰਦੇ, ਤੁਸੀਂ ਨੰਬਰ ਚੱਲ ਵੀ ਰਿਹਾ ਵੀਡੀਓ ਦੇ। ਬਿਲਕੁਲ ਉਹੀ ਚੀਜ਼ ਹੈ, ਤੁਸੀਂ ਨੰਬਰ ਉਹ ਥੱਲੇ ਉਹਨਾਂ ਤੇ ਕੰਟੈਕਟ ਕਰੋ, ਨਾ ਕਿ ਥੱਲੇ ਕਿਸੇ ਨੇ ਕਮੈਂਟਾਂ ਵਿੱਚ ਨੰਬਰ ਪਾਇਆ ਹੁੰਦਾ ਜੀ, ਉਹ ਲਿਖ ਕੇ ਨੇਵਲ ਅਮਰਿਤ ਦਾ ਬੋਰਡ ਬਣਾ ਲੈਂਦੇ ਆ, ਉਹਦੇ ਥੱਲੇ ਆਪਣਾ ਨੰਬਰ ਦਿੰਦੇ, ਪਤਾ ਨਹੀਂ ਕਿਹਨੂੰ ਕੀ ਦਿੰਦੇ, ਉਹ ਮੁੜ ਕੇ ਉਹਨਾਂ ਨੂੰ ਆਰਾਮ ਨਹੀਂ ਆਉਂਦੀ, ਠੀਕ ਹੈ ਨਾ। ਇਸ ਚੀਜ਼ ਕਰਕੇ ਬਹੁਤ ਸਾਰੇ ਲੋਕ ਇਸ ਚੀਜ਼ ਦਾ ਬੈਨੀਫਿਟ ਵੀ ਲੈਂਦੇ ਹੈਗੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ, ਤੁਹਾਨੂੰ ਗੱਲਬਾਤ ਜਿਹੜੀ ਹਰਦੀਪ ਜੀ ਹੋਰਾਂ ਨਾਲ ਕਰਵਾਈ, ਉਹਨਾਂ ਦੇ ਵੱਡੇ ਭਰਾ ਨਾਲ, ਜਿਹੜੀ ਵੱਡੇ ਭਰਾ ਦੇ ਤੌਰ ਤੇ ਉਹ ਵਿਚਰ ਰਹੇ ਨੇ ਪਰ ਲੱਗਦੇ ਛੋਟੇ ਨੇ। ਹਰਜੀਤ ਜੀ ਨਾਲ ਵੀ ਉਹਨਾਂ ਨਾਲ ਗੱਲਬਾਤ ਕਰਾਈ ਹੈ। ਸੋ ਇਸੇ ਉਮੀਦ ਨਾਲ ਸਾਡੀ ਗੱਲਬਾਤ ਕਰਨ ਦਾ ਮਕਸਦ ਇਹ ਸੀ ਕਿ ਅਸੀਂ ਹੱਸਦੇ ਖੇਡਦੇ ਆਪਣਾ ਜਿਹੜਾ ਕੁਦਰਤ ਦੀ ਗੋਦ ਦੇ ਵਿੱਚ ਰਹਿ ਕੇ ਕਿਵੇਂ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੇ ਹਾਂ। ਜੇਕਰ ਅਸੀਂ ਕੁਦਰਤ ਤੋਂ ਦੂਰ ਹੁੰਦੇ ਹਾਂ ਤਾਂ ਅਸੀਂ ਆਪਣੇ ਆਪ ਤੋਂ ਦੂਰ ਹੁੰਦੇ ਹਾਂ। ਔਰ ਨਾਲ ਹੀ ਬੜੀ ਵਧੀਆ ਗੱਲ ਜਿਹੜੀ ਹਰਦੀਪ ਜੀ ਹੋਰਾਂ ਨੇ ਅੱਜ ਕੀਤੀ ਹੈ, ਜਿਹੜੀ ਡਿਸਕਸ਼ਨ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਬਿਮਾਰੀ ਕੋਈ ਜਮਾਂਦਰੂ ਨਹੀਂ ਹੁੰਦੀ। ਉਸ ਦੇ ਹੱਲ ਵੱਲ ਨੂੰ ਜਦੋਂ ਅਸੀਂ ਤਰਾਸ਼ਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜਿਹੜੇ ਹੱਲ ਨੇ ਉਹ ਸਾਡੀ ਰਸੋਈਆਂ ਦੇ ਵਿੱਚ ਹੀ ਪਏ ਨੇ, ਸਾਡੀ ਖਾਦ ਖੁਰਾਕ ਦੇ ਵਿੱਚ ਹੀ ਪਏ ਨੇ। ਤੇ ਉਹੀ ਫਾਰਮੂਲਾ ਜਿਹੜਾ ਫਾਰਮੂਲੇਸ਼ਨ ਹੈ, ਉਹੀ ਨੁਸਖਾ ਹੈ ਜਿਹੜਾ ਹਰਦੀਪ ਜੀ ਕਹਿ ਰਹੇ ਨੇ ਕਿ ਹਮੇਸ਼ਾ ਉਹਨਾਂ ਦਾ ਦਾਅਵਾ ਹੈ ਕਿ ਉਹ 50 ਸਾਲ ਤੱਕ ਵੀ ਅਗਰ ਉਮਰ 'ਚ ਪਹੁੰਚ ਜਾਣਗੇ ਤਾਂ ਉਹ ਲੱਗਣਗੇ 30 ਸਾਲਾਂ ਦੇ। ਸੋ ਉਹੀ ਫਾਰਮੂਲਾ ਅੱਜ ਤੁਹਾਨੂੰ ਦਿਖਾਇਆ ਹੈ। ਸੋ ਫਿਲਹਾਲ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਵੀਡੀਓ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ, ਕੋਈ ਪਰੇਸ਼ਾਨੀ ਤੁਹਾਨੂੰ ਜੋ ਅਸੀਂ ਵਿਸ਼ੇ 'ਤੇ ਕੀਤੀ ਹੈ, ਤਾਂ ਨੀਚੇ ਨੰਬਰ ਚੱਲ ਰਹੇ ਨੇ, ਕਿਰਪਾ ਕਰਕੇ ਤੁਸੀਂ ਮੈਨੂੰ ਕਾਲ ਨਾ ਕਰਿਆ ਕਰੋ, ਜਿਹੜਾ ਚੈਨਲ ਦੇ ਨੰਬਰ ਤੇ ਕਾਲ ਨਾ ਕਰਿਆ ਕਰੋ ਜਿਹੜੀ ਅਸੀਂ ਵੀਡੀਓ ਬਣਾਉਣੇ, ਕਿਉਂਕਿ ਤੁਸੀਂ ਕਹਿਣ ਲੱਗੇ ਹੋ ਕਿ ਨੰਬਰ ਜ਼ਰੂਰ ਪਾਇਆ ਕਰੋ, ਤੇ ਅਸੀਂ ਨੰਬਰ ਹੈ ਜਿਹੜਾ ਹਰਦੀਪ ਜੀ ਹੋਰਾਂ ਦਾ, ਨੇਵਲ ਅੰਮ੍ਰਿਤ ਵਾਲਿਆਂ ਦਾ, ਉਹ ਪਾਇਆ ਹੋਇਆ ਹੈ। ਕਿਰਪਾ ਕਰਕੇ ਉਸ ਨੂੰ ਜ਼ਰੂਰ ਜਿਹੜਾ ਤੁਸੀਂ ਉਸ ਤੇ ਜਿਹੜਾ ਕਾਲ ਉਸ ਤੇ ਕਰਿਆ ਕਰੋ, ਚੈਨਲ ਦੇ ਨੰਬਰ ਤੇ ਕਾਲ ਕਿਰਪਾ ਕਰਕੇ ਨਾ ਕਰਿਓ। ਕਿ ਹਾਂ ਮੇਰੇ ਤੱਕ ਕੋਈ ਸਵਾਲ ਤੁਸੀਂ ਪਹੁੰਚਦਾ ਕਰਨਾ, ਕੋਈ ਹੋਰ ਗੱਲ ਕਰਨੀ ਹੈ ਤਾਂ ਤੁਸੀਂ ਜ਼ਰੂਰ ਉਸ ਨੂੰ ਮੈਨੂੰ ਫੋਨ ਹੈ ਜਿਹੜਾ ਉਹ ਕਰ ਸਕਦੇ ਹੋ। ਫਿਲਹਾਲ ਇਹ ਗੱਲਬਾਤ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਏ ਵੀ ਸਾਨੂੰ ਜ਼ਰੂਰ ਦਿਓ। ਇਹ ਗੱਲਬਾਤ ਮੈਨੂੰ ਇੱਥੇ ਹੀ ਖਤਮ ਕਰਨ ਦੀ ਦੁਆ ਗਿਆ। ਧੰਨਵਾਦ।